ਸੋ ਦੋਸਤੋ ਜਿਵੇਂ ਕਿ ਆਪਾਂ ਪਿਛਲੇ ਐਪੀਸੋਡ ਵਿੱਚ ਵੀ ਜੋ ਤੁਹਾਡੇ ਸਾਹਮਣੇ ਇੱਕ ਧਾਗੇ ਦੀ ਪੂੜੀਆਂ ਦਾ ਕਿੱਸਾ ਲੈ ਕੇ ਆਏ ਆ, ਉਹਦੇ ਵਿੱਚ ਕੁਝ ਹੋਰ ਵੱਡੇ ਖੁਲਾਸੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਧਾਗੇ ਦੀਆਂ ਪੂੜੀਆਂ ਕਿਵੇਂ ਬਣਦੀਆਂ ਨੇ, ਕੌਣ ਬਣਾਉਂਦਾ ਤੇ ਕੌਣ ਖਾਂਦਾ। ਸੋ ਗੱਲਬਾਤ ਕਰਦੇ ਆ ਪ੍ਰੇਮ ਚੰਦ ਜੀ ਦੇ ਨਾਲ। ਪ੍ਰੇਮ ਚੰਦ ਜੀ, ਜਿਵੇਂ ਕਿ ਤੁਸੀਂ ਪਹਿਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਸੀ ਕਿ ਤੁਹਾਡੇ ਤੋਂ ਤੁਸੀਂ ਪੈਸੇ ਲੈ ਲਏ ਆਪਣੇ ਜਾਣਕਾਰ ਰਾਮ ਲੋਭਾਇਆ ਤੋਂ, ਉਹਨੂੰ ਤੁਸੀਂ 8 ਚੈੱਕ ਵੀ ਦੇ ਦਿੱਤੇ ਆਪਣੇ ਪਰਿਵਾਰ ਦੇ। ਉਸ ਤੋਂ ਬਾਅਦ ਉਹਨਾਂ ਨੇ ਤੁਹਾਡੇ ਘਰ ਤੇ ਕਬਜ਼ਾ ਕਰ ਲਿਆ, ਠੀਕ ਹੈ ਜੀ, ਤੇ ਤੁਸੀਂ ਕਿਰਾਏ ਤੇ ਰਹਿਣ ਚਲੇ ਗਏ। ਤੁਸੀਂ ਦਰਖਾਸਤ ਵੀ ਦੇ ਦਿੱਤੀ ਜਿੱਥੇ ਕਿ ਤੁਸੀਂ ਮੰਗ ਕੀਤੀ ਕਿ ਜਿਹੜੇ ਚੈੱਕ ਸਨ ਉਹ ਉਹਨਾਂ ਵੱਲੋਂ ਵਾਪਸ ਦੇ ਦਿੱਤੇ ਜਾਣ। ਕੀ ਫਿਰ ਉਹ ਚੈੱਕ ਤੁਹਾਨੂੰ ਵਾਪਸ ਮਿਲ ਗਏ? ਨਹੀਂ ਸਰ, ਸਾਨੂੰ ਅਸੀਂ ਚੈੱਕ ਦਿੱਤੇ, ਸਾਨੂੰ ਚੈੱਕ ਨਹੀਂ ਵਾਪਸ ਦਿੱਤੇ ਉਹਨੇ। ਸਾਨੂੰ ਸਗੋਂ ਜਦੋਂ ਅਸੀਂ ਦਰਖਾਸਤ ਦਿੱਤੀ ਉਹਦੇ ਫੌਰਨ ਬਾਅਦ ਉਹਨੇ ਉਸੇ ਮਹੀਨੇ ਵਿੱਚ ਸਾਰੇ ਚੈੱਕ ਸਾਡੇ ਜਗ੍ਹਾ ਫਾਈਲ ਕਰਤੇ ਸਰ। ਅੱਛਾ, ਵੀ ਉਹਨਾਂ ਵੱਲੋਂ ਵੰਡ ਦਿੱਤੇ ਗਏ। ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਚੈੱਕ ਵੰਡ ਦਿੱਤੇ ਗਏ? ਸਰ ਸਾਨੂੰ ਨੋਟਿਸ ਆਉਣੇ ਸ਼ੁਰੂ ਹੋ ਗਏ। ਅੱਛਾ, ਵੀ ਚੈੱਕ ਬਾਉਂਸ ਕਰਾਏ ਗਏ। ਹਾਂਜੀ 138। ਪਹਿਲਾ ਚੈੱਕ ਕਿਹੜਾ ਬਾਉਂਸ ਹੋਇਆ? ਮੋਹਨ ਸ਼ਾਮ ਦੇ ਨਾਂ ਦਾ, ਮੇਰੇ ਬੇਟੇ ਵੱਡੇ ਦੇ ਮੁੰਡੇ ਦੇ ਨਾਂ ਦਾ ਚੈੱਕ ਬਾਉਂਸ ਕਰਾਇਆ ਜੈਦੀਪ ਬੇਦੀ ਨੇ। ਕਿੰਨੇ ਅਮਾਊਂਟ ਦਾ? 7 ਲੱਖ ਦਾ ਸਰ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਰਾਮ ਲੋਭਾਇਆ ਨੇ ਮਤਲਬ ਉਹ ਕਰਵਾਇਆ ਹੈਗਾ, ਬਾਉਂਸ ਕਰਵਾਇਆ? 7 ਲੱਖ ਰੁਪਏ ਦੇ ਪਿੱਛੇ ਉਹਨਾਂ ਨੇ ਕੋਈ ਕਾਰਨ ਦੱਸਿਆ ਹੋਊਗਾ? ਕੋਈ ਕੀ ਕਾਰਨ ਦੱਸਿਆ ਤੁਹਾਨੂੰ ਪੈਸੇ ਦਿੱਤੇ ਨੇ? ਕਿਉਂਕਿ 7 ਲੱਖ ਐਵੇਂ ਤਾਂ ਕੋਈ ਕਲੇਮ ਨਹੀਂ ਕਰ ਸਕਦਾ। ਸਰ ਉਸ ਜੈਦੀਪ ਬੇਦੀ ਨੇ ਮੇਰੇ ਬੇਟੇ ਨੂੰ ਆਪਣਾ ਦੋਸਤ ਦੱਸਦਾ ਪਿਆ। ਕੀ ਪਤਾ ਸਰ ਤੁਹਾਡੇ ਬੇਟੇ ਨੇ ਕਿਤੇ ਉਸ ਜੈਦੀਪ ਬੇਦੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਕਦੇ ਚੈੱਕ ਦਿੱਤਾ ਹੋਵੇ? ਕਿਉਂਕਿ ਆਮ ਤੌਰ 'ਤੇ ਕਈ ਵਾਰ ਬੱਚੇ ਮਾਤਾ ਪਿਤਾ ਨੂੰ ਨਹੀਂ ਵੀ ਦੱਸਦੇ, ਕੀ ਪਤਾ ਉਹਨਾਂ ਨੇ ਚੈੱਕ ਦੇਤਾ ਹੋਵੇ। ਤੁਹਾਡੇ ਬੇਟੇ ਦਾ ਕੋਈ ਜਿਗਰੀ ਦੋਸਤ ਹੋਵੇ ਜਿਹਨੇ ਉਹਨੂੰ 6.5-7 ਲੱਖ ਰੁਪਇਆ ਦਿੱਤਾ ਤਾਂ ਹੀ ਉਹਨੇ ਚੈੱਕ ਦਿੱਤਾ ਹੋਵੇ। ਸਰ ਬੇਟਾ ਤਾਂ ਮੇਰੇ ਨਾਲ ਰਹਿੰਦਾ ਜੀ, ਬੇਟਾ ਮੇਰੇ ਤੇ ਨਾਲ ਕੰਮ ਕਰਦਾ, ਮੇਰੇ ਨਾਲ ਰਹਿੰਦਾ ਜੀ, ਇਕੱਠੇ ਕੰਮ ਕਰਦੇ ਦੁਕਾਨ 'ਤੇ ਅਸੀਂ। ਤੇ ਉਹਨੂੰ ਪੈਸੇ ਲੋੜ ਤੇ ਮੇਰੇ ਕੋਲ ਲਏਗਾ, ਉਹ ਬੇਗਾਨੇ ਬੰਦੇ ਕੋਲ ਥੋੜ੍ਹਾ ਲਏਗਾ ਸਰ। ਨਹੀਂ, ਤੁਹਾਨੂੰ ਕਿਵੇਂ ਪਤਾ ਵੀ ਤੁਹਾਡੇ ਬੇਟੇ ਦਾ ਦੋਸਤ ਨਹੀਂ ਹੈਗਾ ਉਹ? ਸਰ ਜਦੋਂ ਅਸੀਂ 138 ਨੋਟਿਸ ਵੇਖਿਆ ਉਹਦੇ 'ਚ ਦੱਸਿਆ, ਉਹ ਫਰੈਂਡ ਦੱਸਦਾ ਪਿਆ ਇਹਨੂੰ, ਮੇਰਾ ਵੀ ਮੋਹਨ ਸ਼ਾਮ ਮੇਰਾ ਫਰੈਂਡ ਹੈਗਾ, ਇਹਨੂੰ ਮੈਂ ਫਰੈਂਡ ਹੀ ਲੋਨ ਦਿੱਤਾ। ਸਰ ਆਪਾਂ ਉਹਦੀ ਸ਼ਕਲ ਵੀ ਨਹੀਂ ਵੇਖੀ ਦੀ, ਉਹਦਾ ਇੱਕ ਕੋਰਟ 'ਚ ਸ਼ਕਲ ਵੇਖੀ ਵੀ ਆ ਜੈਦੀਪ ਬੇਦੀ ਹੈਗਾ। ਅੱਛਾ ਜੀ। ਹਾਂਜੀ, ਤੇ ਉਹ ਜਦੋਂ ਕਿਹੜੇ ਕੋਰਟ 'ਚ ਸੀਗਾ ਕੇਸ ਫਿਰ ਹੋਇਆ? ਉਹ ਅੰਮ੍ਰਿਤਸਰ ਦੀ ਕੋਰਟ ਸਰ, ਉਦੋਂ ਜੋਗਿੰਦਰ ਸਿੰਘ ਜੱਜ ਹੈਗੇ ਸੀ। ਅੱਛਾ ਜੀ। ਹਾਂਜੀ, ਤੇ ਉਹਦੇ 'ਚ ਮਤਲਬ ਜਿਹੜਾ ਆਪਾਂ ਨੋਟਿਸ ਵੇਖਿਆ, ਉਹ ਦੇਖਿਆ ਨੋਟਿਸ ਵਿੱਚ ਲਿਖਿਆ। ਉਹ ਜੈਦੀਪ ਬੇਦੀ ਤੁਹਾਡੇ ਬੇਟੇ ਨੂੰ ਜਾਣਦਾ ਸੀ? ਉੱਥੇ ਕੋਰਟ 'ਚ ਤੁਹਾਨੂੰ ਕੁਝ ਪਤਾ ਲੱਗਿਆ? ਨਹੀਂ ਸਰ, ਨਹੀਂ ਬਿਲਕੁਲ ਨਹੀਂ ਜਾਣਦਾ ਸੀ। ਤੇ ਪਹਿਲੀ ਵਾਰ ਤਾਂ ਸ਼ਕਲ ਵੇਖੀ ਉੱਥੇ ਦੀ, ਬੇਟੇ ਨੇ ਵੀ ਮੇਰੇ ਤੇ, ਅਸੀਂ ਵੀ ਤੁਹਾਡੇ ਬੇਟੇ ਨੂੰ ਪਹਿਚਾਣਿਆ ਨਹੀਂ ਜੈਦੀਪ ਬੇਦੀ ਨੇ? ਨਹੀਂ ਉਹ ਤਾਂ ਮੋਹਨ ਸ਼ਾਮ ਕਰਕੇ ਦੇਖਿਆ ਵੀ ਆ ਮੋਹਨ ਜਲ ਆਵਾਜ਼ ਪਈ ਤੇ ਮੋਹਨ ਸ਼ਾਮ ਗਿਆ ਤੇ ਹੁਣ ਸਮਝਿਆ ਮੋਹਨ ਸ਼ਾਮ ਹੈ। ਅੱਛਾ, ਹਾਂਜੀ ਠੀਕ ਹੈ। ਵੈਸੇ ਨਹੀਂ ਪਛਾਣਦਾ ਸਰ। ਜੈਦੀਪ ਬੇਦੀ ਨੇ ਕਦੀ ਵੀ ਇਹਨੂੰ ਨਹੀਂ ਮਿਲਿਆ ਹੋਏਗਾ। ਜੇ ਮਿਲਿਆ ਵੀ ਹੋਏਗਾ ਤੇ ਰੇੜੀ ਤੇ 2-3 ਜਾਣੇ ਇਕੱਠੇ ਹੁੰਦੇ ਨੇ। ਆਇਡੈਂਟੀਫਾਈ ਕਰਨਾ ਮੁਸ਼ਕਲ ਹੈ ਆਮ ਬੰਦੇ ਲਈ। ਅੱਜ ਵੀ ਮੈਂ ਤੁਹਾਨੂੰ ਪੁੱਛਾਂ ਵੀ ਮੋਹਨ ਕਿਹਦਾ ਨਾਂ ਹੈ, ਤੁਸੀਂ ਵੀ ਪੂੜੀਆਂ ਖਾਧੀਆਂ ਸਵੇਰੇ ਧਾਗੇ ਵਾਲੀਆਂ, ਤੇ ਉਹ ਧਾਗੇ ਵਾਲੀਆਂ ਪੂੜੀਆਂ 'ਚ ਤੁਹਾਨੂੰ ਮੈਂ ਪੁੱਛਾਂ ਮੋਹਨ ਕਿਹੜਾ ਸੀ ਤੇ ਸ਼ਾਮ ਕਿਹੜਾ ਸੀ, ਜਾਂ ਨਹੀਂ ਪਛਾਣ ਸਕਦੇ। ਸਿਰਫ ਪ੍ਰੇਮ ਭਾਜੀ ਦਾ ਨਾਂ ਲੋਕਾਂ ਨੂੰ ਪਤਾ। ਮੈਂ ਤਾਂ ਜਦੋਂ ਇੰਟਰੋਡਿਊਸ ਕੀਤਾ ਪ੍ਰੇਮ ਕੁਮਾਰ ਕਹਤਾ ਇਹਨਾਂ ਨੂੰ, ਪ੍ਰੇਮ ਬਿਲਕੁਲ। ਤੇ ਫਿਰ ਇਸ ਕਰਕੇ ਜੇ ਇਸ ਬੰਦੇ ਨੂੰ, ਮੈਂ ਤੇ ਇਹ ਸਵਾਲ ਕਰਦਾ ਬੀਇੰਗ ਐਡਵੋਕੇਟ, ਜੇ ਮੈਂ ਕਿਸੇ ਨੂੰ 7 ਲੱਖ ਰੁਪਏ ਦਊਂਗਾ ਭਾਜੀ, ਤੇ ਮੈਂ ਘੱਟੋ ਘੱਟ ਉਹਦਾ ਘਰ-ਬਾਰ ਜਾਣਦਾ ਹੋਊਗਾ। ਤੁਹਾਡੀ ਵਾਈਫ ਦਾ ਕੀ ਨਾਂ ਹੈ, ਤੁਹਾਡੇ ਬੱਚੇ ਕਿੰਨੇ ਆ, ਮੰਮੀ ਡੈਡੀ ਕੌਣ ਹੈ, ਘਰ ਤੁਹਾਡਾ ਆਪਣਾ ਹੈ, ਕਿਰਾਏ ਦਾ ਹੈ। 7 ਲੱਖ ਰੁਪਏ ਵੱਡੀ ਅਮਾਊਂਟ ਹੈ ਇੰਡੀਆ 'ਚ, ਇਕੱਠੀ ਜੁੜਦੀ ਨਹੀਂ। ਹਾਂ, ਖਰਚ ਕਰਨ ਨੂੰ ਆ ਵੀ ਜਾਂਦੀ ਹੈ, ਚਲੀ ਵੀ ਜਾਂਦੀ ਹੈ, ਪਰ ਜੋੜਨੀ ਬੜੀ ਮੁਸ਼ਕਲ ਹੈ। ਸੋ ਉੱਥੋਂ ਉਹਨੇ ਜਦੋਂ ਚੈੱਕ ਲਾਇਆ, ਫਿਰ ਅੱਗੇ ਐਪੀਸੋਡ ਪਹਿਲਾਂ ਇਹਨਾਂ ਕੋਲੋਂ ਸੁਣੋ, ਫਿਰ ਅਗਲੀ ਕਾਰਵਾਈਆਂ ਦੱਸਦੇ ਹਾਂ ਅਸੀਂ ਕੀ ਹੋਇਆ। ਸਰ ਦੇਖੋ, ਇੱਕ 7 ਲੱਖ ਅਮਾਊਂਟ ਛੋਟੀ ਨਹੀਂ ਹੈਗੀ ਸਰ। ਆਪਾਂ ਅਸੀਂ ਤਾਂ ਆਪਣਾ ਮਕਾਨ ਸਾਡਾ ਖੋਹ ਚੁੱਕਿਆ, ਅਸੀਂ ਤਾਂ ਕਿਰਾਏ ਤੇ ਰਹਿੰਦੇ ਪਏ ਆ, ਤੇ ਸਾਨੂੰ 7 ਲੱਖ ਉਹਨੂੰ ਕਿਹੜੀ ਗਰੰਟੀ ਮੇਰੇ ਬੇਟੇ ਨੂੰ ਦੇ ਦਿੱਤਾ ਸਰ? ਕਿਸ ਤਰ੍ਹਾਂ ਇੰਨੀ ਵੱਡੀ ਅਮਾਊਂਟ? ਦੇਖੋ ਹੈਰਾਨਗੀ ਦੀ ਗੱਲ ਹੈ। ਇਹ ਸਾਨੂੰ ਸਿਰਫ ਹਰਾਸਮੈਂਟ ਕਰਨ ਦਾ ਜ਼ਰੀਆ ਸ਼ੁਰੂ ਹੋ ਗਿਆ ਸਰ ਉਸੀ ਪਾਰਟੀ ਵੱਲੋਂ। ਤੇ ਉਹਦੇ ਬਾਅਦ ਉਹ ਨੋਟਿਸ ਅਸੀਂ ਮਤਲਬ ਜ਼ਮਾਨਤ ਕਰਾਈ ਸਰ ਜਾ ਕੇ ਆਪਾਂ। ਉਹਦੇ ਬਾਅਦ ਸਾਨੂੰ ਅਜਨਾਲੇ ਹੋ ਗਿਆ ਬੌਂਸ ਗੁਰਚਰਨ ਸਿੰਘ ਦੇ ਨਾਂ ਅੱਛਾ, ਤੇ। ਇੱਕ ਹੋਰ ਕੇਸ ਕਰਤਾ ਫਿਰ? ਦੂਜਾ ਕੇਸ ਕਿਤੇ ਹੋਇਆ? ਉਹ ਮੇਰੇ ਤੇ ਹੋਇਆ ਪ੍ਰੇਮ ਚੰਦ ਤੇ। ਮੇਰੇ ਕਿੰਨੇ ਲੱਖ ਦਾ ਜੀ? 7 ਲੱਖ ਦਾ ਗੁਰਚਰਨ, ਉਹ ਵੀ ਮੇਰਾ ਦੋਸਤ ਦਾ, ਮੈਂ ਤਾਂ ਸ਼ਕਲ ਵੀ ਨਹੀਂ ਵੇਖੀ ਉਹਦੀ। ਅੱਛਾ, ਉਹਨਾਂ ਵੱਲੋਂ ਵੀ ਦੋਸਤ ਕਿਹਾ ਗਿਆ? ਉਹਨੇ ਵੀ ਦੋਸਤ ਮੈਨੂੰ ਬਤਾਇਆ ਉਹਨੇ ਕਾਹਦਾ ਕਲੇਮ ਕੀਤਾ? ਉਹਨੇ ਮੈਨੂੰ ਕਿਹਾ ਜੀ ਵੀ ਪ੍ਰੇਮ ਨੇ ਪੂੜੀਆਂ ਖਾਧੀਆਂ, ਮੇਰਾ ਯਾਰ ਦੋ, ਇਹਨੇ ਮੇਰੇ ਘਰੇਲੂ ਵਾਸਤੇ 7 ਲੱਖ ਮੰਗਿਆ, ਮੈਨੂੰ ਦੇ ਦਿੱਤਾ ਸਰ। ਹਾਂਜੀ, ਮੇਰਾ 3 ਲੱਖ ਦਿੱਤਾ, ਬਾਅਦ 4 ਲੱਖ ਦਿੱਤਾ ਸਰ। ਉਹਨੂੰ ਕੋਈ ਤਰੀਕ ਨਹੀਂ ਪਤਾ, ਐਵੇਂ ਮੈਨੂੰ ਦੋਸਤ ਬਣਾਤਾ, ਮੈਨੂੰ ਸ਼ਕਲ ਨਹੀਂ ਵੇਖੀ। ਇੱਕ ਸ਼ੌਕ ਹੋਇਆ ਵੀ ਇੰਨੇ ਦਿਆਵਾਨ ਲੋਕ ਕਿੱਥੋਂ ਆ ਗਏ ਜਿਹੜੇ 7-7 ਲੱਖ ਰੁਪਏ ਉਸੇ ਮਹੀਨੇ ਦੇਖ ਲਓ ਮੈਨੂੰ 7 ਲੱਖ ਮੈਨੂੰ ਦੇ ਰਿਹਾ ਦੂਸਰੀ ਪਾਰਟੀ। ਕਿੰਨੀ ਹੈਰਾਨਗੀ ਦੀ ਗੱਲ ਸਰ। ਅੱਛਾ, ਉਹ ਅਸੀਂ ਜ਼ਮਾਨਤ ਹਟੇ ਸਰ,
ਤੇ ਸਾਨੂੰ ਉਸੇ ਮਹੀਨੇ ਬਾਅਦ ਅਗਲੇ 15 ਦਿਨ ਬਾਅਦ ਸਾਨੂੰ ਦਿੱਲੀ ਨੋਟਿਸ ਆ ਗਿਆ 8 ਲੱਖ ਦਾ। ਰਿੰਕੂ ਜੈਨ ਸਾਡੇ ਦੇ ਬਾਉਂਡਰੀ ਵਾਲਾ ਧਾਗੇ ਦਾ ਕੇਸ ਲਾ ਰਿਹਾ ਸਰ ਵੀ ਮੈਂ ਪ੍ਰੇਮਚੰਦ ਸਾਨੂੰ ਮੈਂ 8 ਲੱਖ ਦਾ ਕੱਪੜਾ ਧਾਗਾ ਦਿੱਤਾ ਇਹਨੂੰ, ਦੇਖੋ ਸਰ ਉਹ ਬਾਉਂਡਰੀ ਦਾ ਦਿੱਤਾ, ਦੱਸੋ ਵੀ ਕਿੰਨੀ ਹੈਰਾਨਗੀ ਗੱਲ ਆ। ਉਹ ਵੀ 8 ਲੱਖ ਮੈਨੂੰ ਉਸੇ ਮਹੀਨੇ ਦੇ ਰਿਹਾ ਸਰ, ਹੈ ਜੀ। ਉਹ ਵੀ ਮੈਨੂੰ ਦੋਸਤ ਬਣਾਉਂਦਾ ਵੀ ਮੈਂ ਉਹ ਤੋਂ ਕੱਪੜਾ ਲੈਂਦਾ ਪਿਆ, ਦੱਸੋ। ਤੇ ਉਹਦਾ ਜ਼ਬਾਨ ਤੇ ਸਾਰਾ ਅਸੀਂ ਕਰਾਈ, ਉੱਥੇ ਸਾਨੂੰ 3 ਦਿਨ ਲੱਗੇ। ਸਾਨੂੰ ਪਤਾ ਕਿਸ ਤਰ੍ਹਾਂ ਜ਼ਬਾਨ ਦਿੱਲੀ ਕਰਾਈ ਜਗ੍ਹਾ ਸੀ, ਹਾਂਜੀ ਦਿੱਲੀ 3 ਦਿਨ ਰਹੇ ਸਾਰੇ। ਇੱਥੋਂ ਅਸੀਂ ਸਰਪੰਚ ਲੈ ਗਏ, ਰਜਿਸਟਰੀਆ ਲੈ ਗਏ, ਉੱਥੇ ਸਰਪੰਚ ਨਾਲ ਲੈ ਗਏ, ਪ੍ਰਧਾਨ ਲੈ ਗਏ। ਅਸੀਂ 3 ਦਿਨ ਸਾਰੇ ਗੁਰਦੁਆਰੇ 'ਚ ਰਹੇ, ਅਸੀਂ ਸ਼ੀਸ਼ਗੰਜ ਗੁਰਦੁਆਰੇ 'ਚ ਰਹੇ। ਅਸੀਂ ਉੱਥੇ ਜ਼ਬਾਨ ਤੱਕ ਬੜੀ ਔਖੀ ਕਰਾਈ ਹੈ ਤਾਂ ਅਸੀਂ ਬਚੇ ਸਰ। ਉਹਦੇ ਬਾਅਦ 15-20 ਦਿਨਾਂ ਬਾਅਦ ਸਾਨੂੰ ਲੁਧਿਆਣੇ ਨੋਟਿਸ ਆ ਗਿਆ ਸਰ, ਉੱਥੋਂ ਵੀ ਸਰਫਰਾਜ਼ ਅਹਿਮਦ ਨੇ ਸਾਡੇ ਤੇ ਲਾਤਾ ਕੇਸ 2,60,000 ਦਾ। ਉਹ ਵੀ ਦੋਸਤ ਗਿਣਿਆ ਗਿਆ ਜੀ, ਪੂੜੀਆਂ ਖਾਣ ਆਇਆ ਜੀ, ਪ੍ਰੇਮਚੰਦ ਨੇ ਮੇਰੇ ਕੋਲ ਪੈਸੇ ਮੰਗੇ, ਮੈਨੂੰ 2,60,000 ਦੇ ਦਿੱਤਾ ਜੀ। ਦੇਖੋ ਕਿੰਨੀ ਹੈਰਾਨਗੀ ਗੱਲ ਹੈ ਮੈਨੂੰ। ਉਹੀ ਮੈਂ ਇੱਥੇ ਰੋਕਣਾ ਚਾਹੂੰਗਾ। ਪੂਰੀਆਂ ਹੁਣ ਜਿਵੇਂ ਅਸੀਂ ਵੀ ਪਹੁੰਚੀ ਸਾਡੀ ਟੀਮ, ਅਸੀਂ ਤੁਹਾਡੇ ਬਾਰੇ ਪੁੱਛਿਆ ਕਿ ਤੁਸੀਂ ਫੇਮਸ ਤਾਂ ਹੈਗੇ ਹੋ ਕਿ ਪ੍ਰੇਮਚੰਦ ਪੂਰੀਆਂ ਵਾਲਾ ਕਿਸੇ ਨੂੰ ਪੁੱਛ ਲਓ ਅਗਲਾ ਰਸਤਾ ਦੱਸ ਦਿੰਦਾ, ਪਰ ਇੰਨੇ ਫੇਮਸ ਹੋ ਗਏ ਵੀ ਬੰਦਾ ਪੂੜੀਆਂ ਖਾ ਕੇ ਤੁਹਾਨੂੰ 7-7 ਲੱਖ ਰੁਪਇਆ 5-5 ਲੱਖ ਰੁਪਇਆ ਦੇਣ ਲੱਗੇ। ਤਾਂ ਸਾਰੇ ਇੱਦਾਂ ਤਾਂ ਫਿਰ ਅਸੀਂ ਹਰ ਗਾਹਕ ਇੱਦਾਂ ਮੰਗੀ ਜਾਏ, ਫਿਰ ਤਾਂ ਅਰਬਾਪਤੀ ਬਣ ਜਾਈਏ, ਫਿਰ ਸਾਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਸਰ। ਕਹਿੰਦੇ ਵੀ ਕਿਤੇ ਲੋਕਾਂ ਨੂੰ ਉਹ ਤਾਂ ਨਹੀਂ ਕੁਛ ਪੂਰੀਆਂ 'ਚ ਪਵਾ ਕੇ ਖਿਲਾਉਣ ਲੱਗੇ 5-5 ਲੱਖ ਰੁਪਇਆ ਤੁਹਾਨੂੰ। ਕੋਈ ਮੈਂ ਸਰ ਮੈਂ ਕੋਈ ਸਮੂਹਤ ਨਹੀਂ ਕਰਦਾ, ਨਹੀਂ ਸਰ, ਮੈਂ ਤਾਂ ਪੂੜੀ ਖਵਾ ਰਿਹਾ ਕਰ। ਮੈਂ ਹੈਰਾਨਗੀ ਦੀ ਗੱਲ ਹੈ ਜੀ, ਮੈਂ ਅੱਜ ਤੱਕ ਸੋਚਿਆ ਨਹੀਂ ਇਸ ਤਰ੍ਹਾਂ। ਮੈਂ ਪਹਿਲਾਂ ਹੀ ਪੈਸੇ ਮੰਗਦਾ ਰਹਿੰਦਾ ਪੂੜੀਆਂ ਖਵਾ ਕੇ ਯਾਰ ਦੋਸਤ ਬਣਾ ਕੇ, ਤੇ ਸਰ ਮੈਂ ਤਾਂ ਅਰਬਾਪਤੀ ਬਣ ਜਾਣਾ ਸੀ। ਮੈਨੂੰ ਕੰਮ ਉਹਨਾਂ ਦੇ ਪੱਖ ਤੋਂ ਕਹਿ ਰਹੇ, ਜਿਵੇਂ ਉਹ 10 ਦਿਨ ਮੈਂ ਇੱਕ ਵਾਰ ਪੂਰੀਆਂ ਕਰਤੀਆਂ ਮੇਰਾ ਦੋਸਤ ਬਣ ਗਿਆ, ਮੈਂ 5 ਲੱਖ। ਇਹ ਤਾਂ ਹੋ ਗਏ ਬੜੀ ਹੈਰਾਨਗੀ ਦੀ ਗੱਲ। ਦੇਖੋ ਅਸੀਂ ਆਪਣਾ ਚੱਲਦੇ ਰਹੇ ਅਸੀਂ। ਫਿਰ ਦੇਖੋ ਸਾਡਾ ਮਤਲਬ ਜਿਹੜੇ ਮੱਲਣ ਸਾਹਿਬ ਸਾਡੇ ਬੜੇ ਸ਼ੁਰੂ ਬਚਪਨ ਦੇ ਬੜਾ ਪਿਆਰ ਉਹਨਾਂ ਨਾਲ, ਤੇ ਉਹ ਫਿਰ ਇੱਕ ਦਿਨ ਸਾਡੇ ਕੋਲ ਪੂੜੀਆਂ ਖਾਣ ਆਏ, ਕਹਿੰਦੇ ਪ੍ਰੇਮਚੰਦ ਤੇਰੇ ਉਹਨਾਂ ਨੇ ਨਹੀਂ 5 ਲੱਖ ਦਿੱਤੇ। ਮੈਂ ਨਹੀਂ ਮੈਂ ਤਾਂ ਸਰ ਉਹਨੇ ਕਿਹਾ ਵੀ ਤੇਰਾ ਕੀ ਚੱਲਦਾ ਪਿਆ ਗੱਲ। ਮੈਂ ਕਿਹਾ ਸਰ ਮੈਂ ਤਾਂ ਪਰੇਸ਼ਾਨ ਹੋ ਗਿਆ ਬੜਾ, ਮੇਰੇ ਇੰਨੇ ਚੈੱਕ ਲੱਗ ਗਏ ਆ, ਦੇਖੋ ਕਿੰਨਾ ਝੂਠ ਗੱਲ ਹੈ। ਕਹਿੰਦਾ ਬੜੀ ਨਾ, ਕਹਿੰਦਾ ਤੂੰ ਚੈੱਕ ਕਿੰਨੇ ਦਿੱਤੇ ਸੀ? ਮੈਂ ਕਿਹਾ ਸਰ ਮੇਰੇ 2 ਸੀ, ਮੇਰੇ 2 ਮੇਰੇ ਵੱਡੇ ਬੇਟੇ ਦੇ, 2 ਛੋਟੇ ਦੇ, 4 ਮੇਰੇ। ਕਹਿੰਦੇ ਲੱਗੇ ਕਿੰਨੇ ਆ? ਮੈਂ ਕਿਹਾ ਸਰ 5 ਤਾਂ ਲੱਗ ਗਏ ਸਾਡੇ, 4 ਤਾਂ ਲੱਗ ਗਏ ਆ। ਕਹਿੰਦੇ ਹੋਰ ਤੂੰ ਤੇਰਾ ਨੋਟਿਸ ਹੈ? ਮੈਂ ਕਿਹਾ ਨਹੀਂ ਸਰ ਨੋਟਿਸ ਨਹੀਂ। ਕਹਿੰਦਾ ਕਾਕਾ ਦੇਖ ਲੈ ਜਾ ਕੇ, ਭਰਾ ਮੇਰਿਆ ਉੱਥੇ ਜਾ ਕੇ ਸਟੇਟਮੈਂਟ ਕਢਾ, ਬਾਜੀ ਵਾਲਾ ਨੋਟਿਸ ਨਹੀਂ ਆਉਂਦਾ, ਚੁੱਪ ਸਿੱਧੇ ਪੀਓ ਕਰਾਉਂਦੇ ਆ, ਤੂੰ ਪਤਾ ਤਾਂ ਕਰ ਜਾ ਕੇ। ਤੇ ਸਰ ਮੈਂ ਆਪਣੇ SBI ਤੋਂ ਸਟੇਟਮੈਂਟ ਕਢਾ ਕੇ ਲਿਆਂਦੀ ਵੀ ਦੇਖੋ, ਵੀ ਮੈਂ ਆਪਣੇ ਸਰ ਨੂੰ ਦੱਸੀ। ਮੈਂ ਕਿਹਾ ਦੇਖੋ ਮੱਲਣ ਸਾਹਿਬ ਇਹ ਸਟੇਟਮੈਂਟ ਹੈਗੀ ਆ। ਜਦੋਂ ਉਹਨੇ ਸਟੇਟਮੈਂਟ ਵੇਖੀ ਉਹਦੇ ਸਾਰਾ ਉਹਨਾਂ ਦੇ ਪੈਰਾਂ 'ਤੇ ਜ਼ਮੀਨ ਨਿਕਲ ਗਈ, ਸਾਡੇ ਨਿਕਲ ਗਈ। ਇੱਕ 5,80,000 ਦਾ ਚੈੱਕ ਬਾਉਂਸ ਹੋ ਚੁੱਕਿਆ 2 ਵਾਰੀ ਸਰ, ਤੇ ਸਾਡੇ ਕਿਸੇ ਨੇ ਉਹ ਕੇਸ ਲਾਇਆ ਨਹੀਂ। ਮੈਂ ਕਿਹਾ ਸਰ ਇਹ ਕੀ ਹੋ ਗਿਆ? ਸਾਡਾ ਚੈੱਕ 2 ਵਾਰੀ ਬਾਉਂਸ ਹੋ ਗਿਆ ਵਾਰੀ ਤੇ ਲਾਇਆ ਨਹੀਂ। ਕਹਿੰਦਾ ਪ੍ਰੇਮਚੰਦ ਲੱਭ ਬੰਦਾ ਕਿਹੜਾ ਏ? ਸਾਰਾ ਅਸੀਂ ਫਿਰ ਆਰਟੀਆਂ ਪਾਈਆਂ ਬੈਂਕ ਤੇ, ਸਾਨੂੰ ਕੋਈ ਦੱਸਿਆ ਜੀ, ਕੋਈ ਸਾਨੂੰ ਕਹਿੰਦੇ ਅਸੀਂ ਨਹੀਂ ਦੱਸ ਸਕਦੇ। ਹਾਰ ਕੇ ਅਸੀਂ ਆਪਣੇ ਵਕੀਲ ਦੇ ਜ਼ਰੀਏ ਕੋਰਟ 'ਚ ਕੇਸ ਕੀਤਾ SBI ਬੈਂਕ ਤੇ, ICICI ਬੈਂਕ ਦੇ ਨਾਲ ਮਿਲ ਕੇ। ਉਹਨੇ ਸਾਨੂੰ ਦੱਸਿਆ, ਫਿਰ ਜਿਹੜਾ ਉਹਨੇ ਸਾਨੂੰ ਸਾਲ ਬਾਅਦ ਸਾਰੀ ਸਾਨੂੰ ਜੱਜ ਨੇ ਪੁੱਛਿਆ, ਜੱਜ ਨੇ ਰਿਪੋਰਟ ਲਈ ਉਹਨਾਂ ਕੋਲੋਂ। ਉਹਨੇ ਦੱਸਿਆ ਇਹ 5,80,000 ਦਾ ਚੈੱਕ ਹਾਕਮ ਸਿੰਘ ਦੇ ਨਾਂ ਦਾ ਲੱਗਿਆ ਵਾ, ਤੇ ਆਹ ਐਡਰੈਸ ਹੈਗਾ। ਜਿਹੜਾ ਐਡਰੈਸ ਦੇਖਿਆ ਸਰ ਉਹ ਰਾਮ ਲਵਾਈ ਦੇ ਘਰ ਦਾ ਐਡਰੈਸ ਹੈਗਾ। ਅੱਛਾ ਜੀ, ਦੇਖੋ ਕਿੰਨੀ ਹੈਰਾਨਗੀ ਗੱਲ ਹੈ। ਉਹ 5,80,000 ਦਾ ਚੈੱਕ ਉਹਨੂੰ ਉੱਥੇ ਕਿੰਨੀਆਂ ਦਰਖਾਸਤਾਂ ਟੈਂਟ ਹੋਈਆਂ, 184 ਟੈਂਟ ਹੋਈ ਹੈ, 20 ਕੀ ਟੈਂਟ ਹੋਈ ਹੈ, ਉਹ 'ਚ 5 ਲੱਖ ਅਸੀਂ ਚਿਕਰ ਨਹੀਂ ਗਿਆ। ਉਹ ਕਹਿੰਦਾ ਮੇਰਾ ਚੱਕਰ ਨਾਲ ਕੋਈ ਵਾਸਤਾ ਨਹੀਂ ਹੈਗਾ, ਮੈਂ ਚੱਕਰ ਨਹੀਂ ਜਾਣਦਾ ਕਿਸੇ ਨੂੰ ਵੀ, ਸਾਰੇ ਦਾ ਸਕਾ ਸਾਲਾ ਉਹਦਾ ਇਹ ਛੁਪਾ ਕੇ ਰੱਖਿਆ। ਦੇਖੋ ਕਿੰਨੀ ਹੈਰਾਨੀ ਗੱਲ ਹੈ। ਤੇ ਬਾਕੀ ਅਸੀਂ ਆਪਣੀ ਜ਼ਬਾਨ ਤਾਂ ਕਰਾ ਕੇ ਬੱਚਿਆਂ ਦੀਆਂ ਅਸੀਂ ਕੇਸ ਲੜਦੇ ਗਏ। ਸਾਡੇ ਵਕੀਲ ਸਾਹਿਬ ਨੇ ਬੜਾ ਵਧੀਆ ਮਤਲਬ ਸਾਡਾ ਕੰਮ ਕੀਤਾ, ਤੇ ਉਹਨੇ ਮਤਲਬ ਹਰ ਉਹਨਾਂ ਦੀ ਜਿਹੜੇ ਗਵਾਹੀਆਂ ਸ਼ੁਰੂ ਹੋਈਆਂ, ਤੇ ਸਾਨੂੰ ਵੀ ਉਹਨੇ ਕਿਹਾ ਵੀ ਤੁਸੀਂ ਕਾਕਾ ਇੰਟਰਨੈਟ ਚਲਾਉਂਦੇ ਹੋ ਤੇ ਇਹ ਫੇਸਬੁੱਕ ਆਈਡੀਆਂ ਕੱਢੋ ਇਹਨਾਂ ਦੇ ਨਾਂ ਦੀਆਂ। ਤੇ ਚਲੋ ਮੈਂ ਤਾਂ ਸਿੰਪਲ ਚਲਾਉਂਦਾ, ਬੇਟੇ ਮੇਰੇ ਨੈੱਟ ਚਲਾਉਂਦੇ ਆ। ਸਰ ਜਿਹੜਾ ਅਸੀਂ ਇਹਨਾਂ ਦੇ ਨਾਂ ਦੀਆਂ ਫੇਸਬੁੱਕ ਆਈਡੀਆਂ ਕੱਢੀਆਂ ਨਾ, ਤੇ ਉਹਦੇ 'ਚ ਦੇਖਿਆ ਇਹ ਸਾਰੇ ਦੇ ਐਡ ਫਰੈਂਡ ਹੈਗੇ ਰਾਮ ਲਵਾਏ ਦੇ, ਗੌਰਵ ਦੇ, ਜੈਦੀਪ ਐਂਡ ਫਰੈਂਡ ਹੈ ਸਰ 2009 ਦੇ। ਇਹਦੇ ਘਰੇਲੂ ਸੰਬੰਧ ਇਹਨਾਂ ਦੇ, ਜੈ ਵੀਰਨ ਦੇ ਘਰ ਦਾ ਆਉਣਾ ਜਾਣਾ, ਇਹਦੀ ਆਪਸ 'ਚ ਪੂਰੇ ਰਿਲੇਸ਼ਨ ਪਰਿਵਾਰਕ। ਮਾਫ ਕਰਨਾ ਇੱਥੇ ਰੋਕਣਾ ਚਾਹਾਂਗਾ ਵਕੀਲ ਸਾਹਿਬ, ਇੱਥੇ ਤੁਸੀਂ ਕਲੀਅਰ ਕਰ ਦਿਓ ਕਿਉਂਕਿ ਮੇਰੇ ਹਿਸਾਬ ਨਾਲ ਇਹ ਕਲੀਅਰ ਨਹੀਂ ਕਰ ਪਾ ਰਹੇ ਕਿ ਕਿੰਨਾ ਦੇ ਆਪਸੀ ਫਰੈਂਡ ਸਰਕਲ ਸੀ। ਇਸ ਤਰ੍ਹਾਂ ਹੈ ਕਿ ਰਾਮ ਲੁਬਾਇਆ ਫਾਦਰ ਨੇ, ਤੇ ਉਹਨਾਂ ਦੇ ਬੇਟੇ ਦਾ ਨਾਂ ਗੌਰਵ ਹੈ, ਕੱਪੜੇ ਦੇ ਵਪਾਰੀ ਹੈ। ਅੰਮ੍ਰਿਤਸਰ ਪੁਤਲੀ ਘਰ ਏਰੀਏ 'ਚ ਉਹਨਾਂ ਦੇ 5-10 ਵੱਡੇ ਸ਼ੋਰੂਮ ਨੇ। ਅਰਬਾਂਪਤੀ ਪਾਰਟੀ ਹੈ, ਕਰੋੜਾਂ ਨਹੀਂ ਕਹੂੰਗਾ, ਅਰਬਾਂਪਤੀ ਪਾਰਟੀ ਹੈ। ਥੋੜ੍ਹੇ ਦਿਨ ਪਹਿਲਾਂ ਅਸੀਂ ਵੀ ਥਾਣੇ ਮਿਲੇ ਸੀ, ਮੈਨੂੰ ਉਹਨਾਂ ਨੇ ਪਛਾਣਿਆ ਕਿ ਤੁਸੀਂ ਸੰਤੋਸ਼ ਭੈਣ ਜੀ, ਮੇਰੇ ਮਦਰ ਸਕੂਲ ਚਲਾਉਂਦੇ ਸੀ,
ਤੇ ਉਹ ਉਹਨਾਂ ਨੂੰ ਜਾਣਦੇ ਰਹੇ ਨੇ। ਮੈਂ ਉਧਰ ਉਹਨਾਂ ਕੋਲ ਕੱਪੜਾ ਖਰੀਦਦੇ ਹੋਣੇ ਆ ਤੇ ਮੈਨੂੰ ਪੁੱਛਦੇ ਕਿ ਬੇਟਾ ਤੁਸੀਂ ਉਹਨਾਂ ਦੇ ਬੇਟੇ ਹੋ? ਮੈਂ ਕਿਹਾ ਹਾਂਜੀ ਭਾਜੀ ਮੈਂ ਉਹਨਾਂ ਦਾ ਬੇਟਾ ਵਾਂ। ਤੇ ਅੱਜ ਕਿੱਦਾਂ ਆਇਓ? ਮੈਂ ਕਿਹਾ ਮੈਂ ਪ੍ਰੇਮ ਭਾਜੀ ਨਾਲ ਆਇਆ, ਮੈਂ ਤੁਹਾਡੇ ਦੋਨਾਂ ਵਾਸਤੇ ਹਲੇ ਨਿਊਟਰਲ ਮੈਨ ਆ ਔਰ ਮੈਂ ਚਾਹੁੰਦਾ ਕਿ ਤੁਸੀਂ ਵੀ ਮਹੱਲੇਦਾਰ ਹੋਏ, ਮਹੱਲੇਦਾਰ ਗੱਲ ਮੁੱਕ ਜੇ। ਸੋ ਜਦੋਂ ਇਹਨਾਂ ਨੇ ਪਹਿਲਾਂ ਅਸੀਂ ਬੈਂਕ ਅਕਾਊਂਟ ਅਸੀਂ ਇਹਨਾਂ ਦੇ ਫਰੋਲੇ, ਉਹਦੇ ਵਿੱਚ 5,80,000 ਦਾ ਚੈੱਕ ਜਿਹੜਾ ਹਾਕਮ ਸਿੰਘ ਦਾ ਲੱਭਿਆ 2 ਵਾਰੀ ਬਾਉਂਸ ਹੋਇਆ ਸੀ। ਉੱਥੋਂ ਅਸੀਂ ਜਦੋਂ ਉਹਦੀ ਘੋਖ ਕੱਢੀ ਸਾਲ 'ਚ ਬਾਅਦ ਸਾਨੂੰ ਰਿਪੋਰਟ ਆਉਂਦੀ ਹੈ ਤੇ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਇਹਨਾਂ ਦਾ ਸਾਲਾ ਹੈ, ਕਿਉਂਕਿ ਜਿਹੜਾ ਉਹਦੇ ਤੇ ਐਡਰੈਸ ਹੈ ਬੈਂਕ ਦਾ ਉਹ ਐਕਚੁਅਲੀ ਬੰਦਾ ਇੰਟਰਨੈਸ਼ਨਲ ਬਾਹਰ ਰਹਿੰਦਾ, ਆਊਟ ਆਫ ਇੰਡੀਆ ਰਹਿੰਦਾ, ਉਹਨੇ ਇਹਨਾਂ ਦਾ ਐਡਰੈਸ ਇਸਤੇਮਾਲ ਕੀਤਾ ਸੀ। ਉੱਥੋਂ ਸਾਡੇ ਦਿਲ 'ਚ ਕਿਉਂਕਿ ਸ਼ੱਕ ਤੇ ਸਾਨੂੰ ਪਹਿਲਾਂ ਹੀ ਸੀ, ਪਰ ਇੱਕਦਮ ਜੈਦੀਪ ਕੌਣ ਹੈ, ਰਿੰਕੂ ਜੈਨ ਕੌਣ ਹੈ, ਅਸੀਂ ਨਹੀਂ ਸੀ ਜਾਣ ਪਾ ਰਹੇ। ਤੇ ਪੁਲਿਸ ਦਿੰਦੀ ਪਈ ਸੀ ਉਹਨਾਂ ਦਾ ਸਾਥ, ਕਿਉਂਕਿ ਉਹ ਮੋਟੀ ਪਾਰਟੀ ਹੈ, ਸ਼ਾਇਦ ਪੈਸਾ ਖਰਚਦੇ ਹੋਣਗੇ, ਸ਼ਾਇਦ ਇਨਫਲੂਐਂਸ ਵਰਤਦੇ ਹੋਣਗੇ। ਮਤਲਬ ਸਾਡੇ ਕੋਲ ਇਹ ਵੀ ਪ੍ਰੂਫ ਹੈਗਾ ਕਿ ਪੁਲਿਸ ਦੇ ਇੱਕ ਚੰਗੇ ਅਹੁਦੇਦਾਰ ਅਫਸਰ ਦਾ ਨਾਮ ਵੀ ਲਵਾਂਗਾ ਮੈਂ ਅਗਲੇ ਪ੍ਰੋਗਰਾਮ 'ਚ। ਤੇ ਜਿਹੜਾ ਰਾਮ ਲੁਬਾਏ ਦਾ ਬੇਟਾ ਗੌਰਵ ਹੈ 180 ਕਾਲਾਂ ਕੁਝ ਦਿਨਾਂ 'ਚ, ਤੁਸੀਂ ਮੈਂ ਵੀ ਜਾਣਦੇ ਹਾਂ ਵੀਰ ਜੀ, ਪਿਛਲੇ 2 ਮਹੀਨਿਆਂ ਤੋਂ 1.5 ਮਹੀਨਿਆਂ ਤੋਂ ਸ਼ਾਇਦ ਮੁਸ਼ਕਿਲ ਨਾਲ 5 ਕਾਲਾਂ ਜਾਂ 6 ਹੋਣੀਆਂ। ਅੱਜ ਤੁਸੀਂ ਰਸਤਾ ਪੁੱਛਣਾ ਸੀ ਤੇ 5-4 ਕਾਲਾਂ ਹੋਈਆਂ, ਅਦਰਵਾਈਜ਼ ਕੰਮ ਤੋਂ ਇਲਾਵਾ ਕੋਈ ਕਾਲ ਨਹੀਂ ਕਰਦਾ। 180 ਕਾਲਾਂ ਜੇ ਕੁਝ ਦਿਨਾਂ 'ਚ ਹੈ, ਇਹਦਾ ਮਤਲਬ ਮੇਰਾ ਕੋਈ ਗੂੜਾ ਹੀ ਰਿਸ਼ਤਾ ਤੁਹਾਡੇ ਨਾਲ। ਸੋ ਅਸੀਂ ਫਿਰ ਇੰਟਰਨੈਟ ਦੀ ਆਪਣੇ ਸਾਈਬਰ ਕ੍ਰਾਈਮ ਡਿਪਾਰਟਮੈਂਟ ਆਪਣੇ ਜਿਹੜੇ ਸਾਈਬਰ ਦੇ ਬੰਦੇ ਹੁੰਦੇ ਨੇ ਇੰਟਰਨੈਟ ਸੈਵੀ, ਉਹਨਾਂ ਕੋਲ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਡਾਟਾ ਕੱਢ ਕੇ ਦਿਓ। ਤੋ ਜਿਹੜਾ ਦਿੱਲੀ ਵਾਲਾ ਰਿੰਕੂ ਜੈਨ ਹੈ ਉਹਦੀ 2009 ਤੋਂ ਫਰੈਂਡ ਐਡ ਹੋਏ ਨੇ, ਗੌਰਵ, ਰਾਮ ਲੁਬਾਇਆ ਤੇ ਇਹ ਈਵਨ ਆਪਣੀਆਂ ਵਾਈਫ ਫੈਮਲੀਆਂ ਰਲਦੀਆਂ ਮਿਲਦੀਆਂ। ਕੋਰਟ 'ਚ ਪੁਲਿਸ 'ਚ ਸਟੇਟਮੈਂਟ ਦਿੰਦੇ ਆ ਰਾਮ ਲੁਬਾਇਆ ਤੇ ਉਹਨਾਂ ਦਾ ਬੇਟਾ ਕਿ ਅਸੀਂ ਇਹਨਾਂ ਬੰਦੇ ਨੂੰ ਜਾਣਦੇ ਤੱਕ ਨਹੀਂ। ਅੱਛਾ, ਮਤਲਬ ਉਹਨਾਂ ਬਾਰੇ ਪਹਿਲਾਂ ਕੋਰਟ 'ਚ ਕਹਿ ਰਹੇ ਨੇ ਕਿ ਅਸੀਂ ਜਾਣਦੇ ਨਹੀਂ, ਤੇ ਫਰੈਂਡ ਬੁੱਕ ਤੇ ਸੌਰੀ ਮਾਫ ਕਰਨਾ ਫੇਸਬੁੱਕ ਤੇ ਪਹਿਲਾਂ ਤੋਂ ਇਹ 2009 ਤੋਂ ਸਾਡੇ ਨੇ 2016 'ਚ ਸਾਡੇ ਤੇ ਚੈੱਕ ਲੱਗ ਰਿਹਾ ਤੇ 2009 ਤੋਂ ਆਪਸ 'ਚ ਫਰੈਂਡ ਨੇ। ਜੈਦੀਪ ਦੀ ਜਿਹਦੀ ਗੱਲ ਕਰਦੇ ਉਹਦੀ ਪਰਿਵਾਰਿਕ ਫਰੈਂਡ ਨੇ। ਫਿਰ ਜੇ ਗੱਲ ਕਰੀਏ ਆਪਾਂ ਸਾਲੇ ਦੀ, ਉਹ ਤੇ ਹੈ ਹੀ ਸਾਲਾ, ਤੇ ਉਹ ਤੇ ਸਾਰੀ ਖੁਦਾਈ ਇੱਕ ਤਰਫ, ਜੋਰੂ ਕਾ ਭਾਈ ਇੱਕ ਤਰਫ। ਉਹਨੇ ਤੇ ਪੁੱਠਾ ਸਿੱਧਾ ਹੋ ਕੇ ਕੰਮ ਕਰਨਾ ਸੀ, ਪਰ ਉਹ ਆਪਣੇ ਇੰਟਰਨੈਸ਼ਨਲ ਰੁਤਬੇ ਤੋਂ ਡਰਦਾ ਸ਼ਾਇਦ ਉਹਨੇ ਚੈੱਕ ਲਵਾ ਤੇ ਲਏ, ਪਰ ਬਾਉਂਸ ਦਾ ਕੇਸ ਉਹਨੇ ਨਹੀਂ ਕੀਤਾ ਕਿ ਕੱਲ ਨੂੰ ਕਿਤੇ ਮੈਨੂੰ ਨਾ ਕੜਿੱਕੀ 'ਚ ਫਸਾ ਦੇਣ। ਕਿਤੇ ਨਾ ਕਿਤੇ ਉਹਦਾ ਜ਼ਮੀਰ ਜਾਗ ਗਿਆ ਜਾਂ ਉਹਨੂੰ ਡਰ ਲੱਗ ਗਿਆ ਕਿ ਕੋਈ ਅੱਗੇ ਵਕੀਲ ਸਟਰੋਂਗ ਨੇ, ਕੁਛ ਨਾ ਕੁਛ ਕਰਨਗੇ। ਇੱਕ ਹੋਰ ਬੰਦਾ ਸੀ ਅਜਨਾਲੇ ਵਾਲਾ ਗੁਰਚਰਨ ਸਿੰਘ, ਉਹ ਵੀ ਇਸੇ ਤਰ੍ਹਾਂ ਲਿੰਕ ਲੱਭੇ। ਮਜ਼ੇਦਾਰ ਗੱਲਾਂ ਤੁਹਾਨੂੰ ਦੱਸਾਂ, ਜਦੋਂ ਅਸੀਂ ਕੇਸਾਂ ਦੇ ਅੰਦਰ ਵੜਨਾ ਸ਼ੁਰੂ ਕੀਤਾ, ਜਦੋਂ ਮੈਂ ਇਹਨਾਂ ਕੋਲ ਐਕਚੁਅਲੀ ਮਿਡਲ ਟਾਈਮ ਤੇ ਐਂਟਰੀ ਕੀਤੀ ਹੈ ਬੀਇੰਗ ਐਡਵੋਕੇਟ, ਆਪਣਾ ਮਕਾਨ ਲੱਭਦੇ ਸੀ ਤੇ ਲੱਭਦੇ ਇਹਨਾਂ ਨੂੰ ਪਤਾ ਲੱਗਾ ਮੈਂ ਵਕੀਲ ਬਣਿਆ ਤੇ ਮੈਂ ਚੰਡੀਗੜ੍ਹ ਜ਼ਿਆਦਾਤਰ ਰਹਿਣਾ। ਫਿਰ ਇਹਨਾਂ ਕੋਲ ਮੈਂ ਗਿਆ, ਇਹ ਮੇਰੇ ਕੋਲ ਆਏ, ਫਿਰ ਸਾਰੀ ਮੈਂ ਕਹਾਣੀ ਸੁਣੀ। ਫਿਰ ਮੈਂ ਕਿਹਾ ਵੀ ਤੁਸੀਂ ਜਿਹੜੇ ਵਕੀਲ ਸਾਹਿਬ ਕੋਲ ਕੇਸ ਲੜਦੇ ਪਏ ਲੜੀ ਜਾਓ, ਮੈਂ ਤੁਹਾਨੂੰ ਕੰਸਲਟੈਂਸੀ ਦੇਣੀ ਸ਼ੁਰੂ ਕਰ ਦਿੰਦਾ, ਹੋਮਵਰਕ ਬਣਾਉਣਾ ਸ਼ੁਰੂ ਕਰਦੇ ਹਾਂ, ਤਾਂ ਕਿ ਇੱਕ ਦਿਨ ਇਹੋ ਜਿਹਾ ਆਏਗਾ ਅਸੀਂ ਇਹ ਸ਼ਿਕੰਜਾ ਕੱਸ ਲਾਂਗੇ। ਹਲੇ ਨੁਕਸਾਨ ਵੱਡਾ ਨਹੀਂ ਹੋਇਆ, ਹਲੇ ਛੋਟਾ ਹੀ ਹੈ, ਬਚਾਅ ਹੈ। ਉਹ ਕੇਸ ਚੱਲਦੇ ਰਹੇ, ਨਾਲ ਅਸੀਂ RTI ਪਾ, ਕਦੀ ਕੋਈ ਕੰਪਲੇਂਟ ਪਾ, ਕਦੀ ਕੋਈ RTI 'ਚ ਜਵਾਬ ਲੈ, ਅਸੀਂ ਆਪਣਾ ਬਸਤਾ ਭਰਦੇ ਰਹੇ ਕਿਉਂਕਿ ਬੜਾ ਔਖਾ ਸੀ ਪ੍ਰੂਵ ਕਰਨਾ। ਮਤਲਬ ਮੈਂ ਕਹਿ ਰਿਹਾ ਮੈਂ ਕੁਲਜਿੰਦਰ ਜੀ ਨੂੰ ਜਾਣਦਾ ਹੀ ਨਹੀਂ, ਹੁਣ ਇਹ ਕਿੱਦਾਂ ਪ੍ਰੂਵ ਕਰਨ ਕਿ ਮੈਂ ਕੁਲਜਿੰਦਰ ਨੂੰ ਜਾਣਦਾ ਜਾਂ ਕੁਲਜਿੰਦਰ ਮੈਨੂੰ ਜਾਣਦਾ। ਉਹਦੇ ਵਾਸਤੇ ਸਾਡੀ ਕਲਿੰਚਿੰਗ ਕੜੀ ਜੁੜ ਗਈ ਸੀ। ਤੇ ਉੱਥੋਂ ਅਸੀਂ ਜੇ ਸਾਡੀ ਉਹ 21-20 ਵਾਲੀ ਕੰਪਲੇਂਟ ਪਹਿਲੀ 20-21 ਵਾਲੀ ਕੰਪਲੇਂਟ ਜੇ ਸਾਡੀ ਨਾ ਗਵਾਈ ਦੀ, ਉਹਦੇ ਵਿੱਚ ਸਾਰੇ ਜ਼ਿਕਰ ਕੀਤੇ ਨੇ, ਉਹਦੀ ਕਾਪੀ ਅੱਜ ਵੀ ਸਾਡੇ ਕੋਲ ਹੈਗੀ ਹੈ, ਪੁਲਿਸ ਨੇ ਗਵਾਤੀ ਹੈ। ਉਹਦੇ 'ਚ ਲਿਖਿਆ ਵੀ ਅਸੀਂ ਇਹ ਸਿਕਿਉਰਿਟੀ ਚੈੱਕ ਇਹਨੂੰ ਦਿੱਤੇ ਸੀ, ਇਹਨੇ ਉਹ ਵੀ ਵਾਪਸ ਨਹੀਂ ਕੀਤੇ। ਬੜੀਆਂ ਡਿਟੇਲਾਂ ਜਗ੍ਹਾ ਦਿੱਤੀਆਂ। ਉਹ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਆਉਂਦੀ ਹੈ ਕੰਪਲੇਂਟ ਗਵਾਚਣਾ। ਭਾਜੀ ਜਦੋਂ ਕੰਪਲੇਂਟ ਗਵਾਚੀ ਹੈ, ਸੈਕਸ਼ਨ 201 ਦਾ ਪਰਚਾ ਮੈਂ ਪੁਲਿਸ ਤੇ ਵੀ ਕਰਾਊਂਗਾ, ਟਾਈਮ ਆ ਲੈਣ ਦਿਓ, ਮੈਂ ਛੱਡਣਾ ਪੁਲਿਸ ਵਾਲਿਆਂ ਨੂੰ ਵੀ ਨਹੀਂ ਹੈ। ਮਤਲਬ ਇੱਕ ਆਦਮੀ ਗਰੀਬ ਹੈ, ਉਹਦੇ ਕੋਲ ਪੈਸੇ ਨਹੀਂ, ਉਹ ਵਿਚਾਰਾ ਦਿਹਾੜੀਦਾਰ ਹੈ, ਸਵੇਰੇ ਖੂਹ ਪੁੱਟਦਾ, ਸ਼ਾਮ ਨੂੰ ਪਾਣੀ ਕੱਢਦਾ ਤੇ ਸਵੇਰੇ ਪੀ ਕੇ ਸੌਂਦਾ ਹੈ। ਤੁਸੀਂ ਉਸ ਬੰਦੇ ਨਾਲ ਇੰਨਾ ਧੱਕਾ ਕਰ ਲਓਗੇ ਸਿਰਫ ਇੱਕ ਪੈਸੇ ਦੇ ਲਾਲਚ ਨੂੰ, ਤੇ ਇੱਕ ਪਾਸੇ ਬੰਦਾ ਸਰਮਾਏਦਾਰ ਹੈ, ਪੈਸੇ ਵਾਲਾ ਹੈ, ਉਹ ਕੰਮ ਕਰ ਲੇਗਾ। ਸੋ ਇਹ ਚੀਜ਼ਾਂ ਬੜੀਆਂ ਹੀ ਔਖੀਆਂ। ਸੋ ਜਿਹੜਾ ਰਿੰਕੂ ਜੈਨ ਨੇ ਕਹਿ ਤਾ 8 ਲੱਖ ਰੁਪਏ ਦਾ ਮੇਰੇ ਕੋਲ ਧਾਗਾ ਖਰੀਦਿਆ। ਸਰਫਰਾਜ਼ ਅਹਿਮਦ ਦੀ ਵੀ ਸਟੋਰੀ ਮੈਂ ਹੀ ਸੁਣਾ ਦਿੰਦਾ ਭਾਜੀ, ਸ਼ਾਇਦ ਉਹ ਟੈਕਨੀਕਲ ਮੇਰੇ ਖਿਆਲ 'ਚ ਉਹ ਮੌਕਾ ਚੁੱਕਿਆ ਜਿੱਥੇ ਧਾਗੇ ਵਾਲੀਆਂ ਪੂੜੀਆਂ ਦਾ ਹੁਣ ਖੁਲਾਸਾ ਸ਼ੁਰੂ ਹੋਊਗਾ। ਹਲੇ ਨਹੀਂ, ਧਾਗੇ ਵਾਲੀਆਂ ਚਮਤਕਾਰੀ ਪੂੜੀਆਂ ਦਾ ਨਾਂ ਰੱਖਿਓ ਤੁਸੀਂ ਪ੍ਰੋਗਰਾਮ ਦਾ, ਕਿਉਂਕਿ ਪੂੜੀ ਖਵਾ ਕੇ ਕੋਈ 8 ਲੱਖ ਦਿੰਦਾ, ਕੋਈ 7 ਲੱਖ ਦਿੰਦਾ। ਮੈਨੂੰ ਸੋਚਦਾ ਪਿਆ ਕਿ ਮੈਂ ਆਪਣੀ ਵਕਾਲਤ ਛੱਡ ਕੇ ਇਹਨਾਂ ਦੇ ਲਾਗੇ ਅਸਿਸਟੈਂਟ ਲੱਗ ਜਾ, 5 ਲੱਖ ਉਹਨੂੰ ਦੇਣਗੇ, 50 ਤੇ ਮੈਨੂੰ ਦੇਣਗੇ, ਤੇ ਮੈਂ ਫਿਰ ਬਸ ਵਸ਼ੀ ਕਰਨ ਵਾਲੀਆਂ ਪੂੜੀਆਂ ਸ਼ੁਰੂ ਕਰਦੇ ਹੁਣ ਆਪਾਂ। ਸੋ ਖੁਲਾਸਾ ਹਲੇ ਲੇਟ ਹੋਏਗਾ, ਇੰਨੀ ਜਲਦੀ ਕਰੋਸਟੀ ਮੈਂ ਖਤਮ ਨਹੀਂ ਕਰਨੀ, ਬਣੇ ਰਹਿਣਾ ਬਹੁਤ ਜਲਦ। ਹੁਣ ਖੁਲਾਸਾ ਕਿਸੇ ਵੀ ਸਮੇਂ ਹੋ ਸਕਦਾ। ਹਾਂ, ਕਿਸੇ ਵੀ ਸਮੇਂ ਹੋ ਸਕਦਾ ਹੈ। ਸੋ ਜਦੋਂ ਅਸੀਂ ਉਧੇੜਨਾ ਸ਼ੁਰੂ ਕੀਤਾ ਤਾਂ ਪਹਿਲਾਂ ਮੈਂ ਅਜਨਾਲੇ ਵਾਲੇ ਕੇਸ ਤੇ ਲੈ ਕੇ ਚੱਲਦਾ। ਅਜਨਾਲੇ ਵਾਲੇ ਕੇਸ 'ਚ ਗਵਾਹੀਆਂ ਸ਼ੁਰੂ ਹੋ ਗਈਆਂ, ਬੈਂਕ ਨੂੰ ਸੱਦਿਆ ਗਿਆ, ਜਿਹਦੇ ਬੈਂਕ ਵਿੱਚ
ਸਾਡਾ ਚੈੱਕ ਮਤਲਬ ਸਾਡਾ ਚੈੱਕ ਬਾਉਂਸ ਹੋਇਆ ਸੀ। ਕਿੰਨੀ ਅਮਾਉਂਟ ਦਾ ਚੈੱਕ ਸੀ ਭਾਜੀ? 7 ਲੱਖ ਦਾ 7 ਲੱਖ ਰੁਪਏ ਦਾ। ਬੰਦੇ ਦਾ ਨਾਂ ਕੀ ਸੀ? ਗੁਰਚਰਨ ਸਿੰਘ ਗੁਰਚਰਨ ਸਿੰਘ। ਤੇ ਉਹਨੇ ਵੀ ਕਿਹਾ ਸੀ ਮੈਂ ਵਾਕਫ ਹਾਂ, ਇਹ ਹੈ ਉਹ ਹੈ। ਫਰੈਂਡ ਦੋਸਤ। ਜਦੋਂ ਸਟੇਟ ਬੈਂਕ ਆਫ ਇੰਡੀਆ ਪੁਤਲੀ ਘਰ ਬ੍ਰਾਂਚ 3352 ਦਾ ਕੋਡ ਹੈ, ਉੱਥੋਂ ਦੇ ਮੈਨੇਜਰ ਸਰ ਦੀ ਗਵਾਹੀ ਹੁੰਦੀ ਹੈ। ਗਵਾਹੀ 'ਚੋਂ ਕਹਿੰਦੇ ਆ ਕਿ ਜਿਹੜਾ ਇਹ ਚੈੱਕ ਬਾਉਂਸ ਹੋਇਆ, ਇਹ ਜਿਹੜਾ ਮੀਮੋ ਲੱਗਾ, ਜਿਹੜਾ ਇਹ ਚੈੱਕ ਬਾਉਂਸ ਦੇ ਪਿੱਛੇ ਸਟੈਂਪ ਲੱਗੀ ਹੈ, ਬੈਂਕ ਨੇ ਲਾਈ ਹੀ ਨਹੀਂ। ਇਹ ਚੈੱਕ ਬੈਂਕ 'ਚ ਪ੍ਰੈਜ਼ੈਂਟ ਹੀ ਨਹੀਂ ਹੋਇਆ। ਕਿਉਂਕਿ ਮੈਂ ਪਰੇਸ਼ਾਨ ਕਿੱਥੋਂ ਸੀ ਕਿ ਭਾਜੀ ਤੁਹਾਡੇ ਬੈਂਕ 'ਚ 7 ਲੱਖ ਪਹਿਲਾਂ ਮਾਈਨਸ ਹੋਏਗਾ, ਫਿਰ ਪਲੱਸ ਹੋਏਗਾ। ਸਿੱਧੀ ਤੇ ਪੁੱਠੀ ਐਂਟਰੀ ਉਹਨੂੰ ਕਹਿੰਦੇ ਰਿਵਰਸ ਐਂਟਰੀ। ਰਿਵਰਸ ਐਂਟਰੀ ਨਹੀਂ ਹੈਗੀ, ਇਹਦਾ ਮਤਲਬ ਤੁਹਾਡੇ ਖਾਤੇ 'ਚ ਚੈੱਕ ਨਹੀਂ ਆਇਆ। ਮੈਂ ਕਹਿੰਦਾ ਚਲੋ ਰਿਵਰਸ ਐਂਟਰੀ ਨਹੀਂ ਪਾਈ ਬੈਂਕ ਨੇ ਗਲਤੀ ਨਾਲ, ਬੈਂਕ ਚਾਰਜਿਸ 300 ਕੁਛ ਰੁਪਏ ਕੱਟੇ ਜਾਣੇ ਚਾਹੀਦੇ ਸੀ, ਚੈੱਕ ਇਸ਼ੂ ਹੁੰਦੇ, ਤੁਹਾਡੇ ਬੈਂਕ 'ਚ ਉਹ ਵੀ ਨਹੀਂ ਕੱਟੇ ਗਏ। ਮੇਰੀ ਸੂਈ ਉੱਥੇ ਅੜ ਗਈ। ਮੈਂ ਕਿਹਾ ਕੋਈ ਨਾ ਕੋਈ ਘਪਲਾ ਹੈਗਾ, ਲੱਭੇਗਾ ਕੁਛ ਨਾ ਕੁਛ। ਜਦੋਂ ਬੈਂਕ ਮੈਨੇਜਰ ਨੇ ਆ ਕੇ ਖੁਲਾਸਾ ਕਰਤਾ, ਉੱਥੇ ਅਸੀਂ ਵੇਖੋ ਮਜ਼ੇਦਾਰ ਗੱਲ, ਇੱਥੇ ਕੜੀ ਫੇਰ ਜੋੜਨ ਲੱਗਾ। ਉੱਥੇ ਅਸੀਂ ਸੈਕਸ਼ਨ 340 ਪਰਜਰੀ ਵਿਦ ਦਾ ਕੋਰਟ, ਜਿਹਦੀ ਉਮਰ ਕੈਦ ਦੀਆਂ 20 ਸਾਲ ਸਜ਼ਾ ਹੈ, ਅਸੀਂ ਪਰਜਰੀ ਵਿਦ ਦਾ ਕੋਰਟ ਦੀ ਇਹਨਾਂ 8 ਬੰਦਿਆਂ ਦੇ ਉੱਤੇ ਕੰਪਲੇਂਟ ਬਣਾ ਕੇ ਕੋਰਟ ਨੂੰ ਦਿੱਤੀ। ਕੋਰਟ ਨੇ ਇਹਨਾਂ ਨੂੰ ਨੋਟਿਸ ਕੀਤਾ। ਇਸੇ ਗਰਾਊਂਡ ਤੇ ਇਹ ਚੈੱਕ ਪ੍ਰੈਜ਼ੈਂਟ ਹੀ ਨਹੀਂ ਹੋਇਆ। ਔਰ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਚੈੱਕ ਰਾਮ ਲੁਭਾਏ ਨੂੰ ਦਿੱਤੇ ਆ, ਔਰ ਰਾਮ ਲੁਭਾਏ ਤੇ ਗੌਰਵ ਨੂੰ ਦਿੱਤੇ ਆ। ਰਾਮ ਲੁਭਾਇਆ ਤੇ ਗੌਰਵ ਰਲ ਕੇ ਇਹਨਾਂ ਨੇ ਇਹਨਾਂ ਬੰਦਿਆਂ ਨੂੰ ਵੰਡੇ ਆ। ਉਹਦੇ ਵਿੱਚ ਅਸੀਂ 8 ਦੇ 8 ਬੰਦਿਆਂ ਦਾ ਜ਼ਿਕਰ ਕਰਕੇ 340 ਦੀ ਐਪਲੀਕੇਸ਼ਨ ਲਾਈ ਹੈ, ਉਹ ਵੀ ਨਾਲ ਪੈਰਲਲ ਚੱਲ ਰਹੀ ਹੈ। ਚੈੱਕ ਬਾਉਂਸਿੰਗ ਦੇ ਕੇਸ ਨੂੰ ਇਹਦੇ ਨਾਲ ਅਟੈਚ ਕਰ ਦਿੱਤਾ ਗਿਆ। ਹੁਣ ਦੋਨਾਂ ਦਾ ਫੈਸਲਾ ਇਕੱਠਾ ਆਏਗਾ। ਇੱਕ ਗੱਲ ਤੇ ਕਲੀਅਰ ਹੈ, ਚੈੱਕ ਬਾਉਂਸਿੰਗ ਦੇ ਕੇਸ 'ਚ ਤੇ ਉੱਥੋਂ ਇਹ ਬਰੀ ਹੋ ਚੁੱਕੇ। ਮੈਂ ਅੱਜ ਬਰੀ ਕਰਤਾ ਇਹਨਾਂ ਨੂੰ, ਉਦੋਂ ਬਰੀ ਕਰਤਾ ਸੀ ਜਿੱਦਣ ਬੈਂਕ ਨੇ ਗਵਾਹੀ ਦੇ ਦਿੱਤੀ। ਚੈੱਕ ਬਾਉਂਸਿੰਗ ਦੇ ਕੇਸ 'ਚ ਮੋਸਟ ਇੰਪੋਰਟੈਂਟ ਹੈ ਚੈੱਕ ਦਾ ਬਾਉਂਸ ਹੋਣਾ। ਜਿਹੜਾ ਚੈੱਕ ਬਾਉਂਸ ਹੋਇਆ ਨਹੀਂ, ਉਲਟਾ ਜਿਹੜੀ ਗਲਤ ਰਸੀਦਾਂ ਬਣ ਗਈਆਂ, ਜਿਹੜੀਆਂ ਗਲਤ ਮੀਮੋ ਬਣ ਗਏ, ਉਹਦਾ ਪਰਚਾ ਇੱਕ ਵੱਖਰਾ ਪੁਲਿਸ ਨੂੰ ਮੈਂ ਦੇਣਾ, ਉਹਦੀ ਸਰਟੀਫਾਈਡ ਕਾਪੀ ਕਢਾ ਕੇ ਉਹ ਵੱਖਰਾ ਪਰਚਾ ਹੋਣਾ ਇਹਨਾਂ ਸਾਰਿਆਂ ਤੇ, ਉਹ ਵੀ ਹੋਣਾ। ਦੂਸਰਾ ਖੁਲਾਸਾ ਕਰ ਦੇਣਾ ਹੁਣ ਮੈਂ ਲੁਧਿਆਣੇ ਦਾ। ਦੇਖੋ ਇੱਕ ਗੱਲ ਮੈਂ ਸ਼ਰੇਆਮ ਕਹਿ ਦਿੰਦਾ ਆਪਣੇ ਦਰਸ਼ਕਾਂ ਨੂੰ, ਜਦੋਂ ਕੋਈ ਬੰਦਾ ਚੋਰੀ ਕਰਦਾ ਨਾ, ਉਹ ਮੋਰੀ ਜ਼ਰੂਰ ਛੱਡ ਦਿੰਦਾ। ਉਹ ਕਿਤੇ ਨਾ ਕਿਤੇ ਇਸ਼ਕ ਤੇ ਮੁਸ਼ਕ ਖੁਸ਼ਬੂ ਆਪਣੀ ਛੱਡਦੇ ਨੇ। ਫੜਨ ਵਾਲਾ ਚਾਹੀਦਾ ਹੈ, ਉਹ ਦੇੜ ਲੇਗਾ ਸਵੈਟਰ ਨੂੰ, ਉਹ ਚੱਦਰ ਪੂਰੀ ਦੇੜ ਦੇਗਾ, ਉਹ ਪੂਰੀ ਕਨਾਤ ਦੇੜ ਸਕਦਾ, ਦੇੜਨ ਵਾਲਾ ਚਾਹੀਦਾ। ਜਿੱਥੋਂ ਤੱਕ ਸਰਫਰਾਜ਼ ਵਾਲਾ ਚੈੱਕ ਸੀਗਾ, ਚੈੱਕ ਦੇ ਉੱਤੇ ਸ਼ਬਦ ਲਿਖਿਆ SAFARAZ, ਸਫਾਰਾਜ ਅਹਿਮਦ। ਚੈੱਕ ਦੇ ਉੱਤੇ ਨਾ ਸਫਾਰਾਜ ਅਹਿਮਦ ਹੈ। ਬੈਂਕ 'ਚ ਕੌਣ ਬੰਦਾ ਲਾਂਦਾ ਹੈ? ਸਰਫਰਾਜ਼, SARFRAZ, ਸਰਫਰਾਜ਼ ਅਹਿਮਦ ਚੈੱਕ ਲਾਉਂਦਾ। ਚੈੱਕ ਹੈ ਸਫਾਰਾਜ ਅਹਿਮਦ ਦੇ ਨਾਂ ਦਾ। ਮੈਂ ਉੱਥੇ ਕੋਰਟ 'ਚ ਕਹਿੰਦਾ ਮੈਂ ਮੰਨ ਲੈਣਾ ਮੈਂ ਸਫਾਰਾਜ ਅਹਿਮਦ ਨੂੰ ਚੈੱਕ ਦਿੱਤਾ, ਔਰ ਸਰਫਰਾਜ਼ ਅਹਿਮਦ ਚਲਾਕੀ ਕੀ ਕਰਦਾ ਹੈ, ਕੋਰਟ 'ਚ ਜਿਹੜੀ ਐਪਲੀਕੇਸ਼ਨ ਲਾਉਂਦਾ ਉਹਦੇ ਉੱਤੇ ਆਪਣਾ ਨਾਂ ਸਫਾਰਾਜ ਲਿਖਦਾ, ਸਾਈਨ ਸਰਫਰਾਜ ਦੇ ਕਰਦਾ, ਐਫੀਡੇਵਿਟ ਸਫਾਰਾਜ ਦਾ ਦਿੰਦਾ, ਸਾਈਨ ਸਰਫਰਾਜ ਦੇ ਕਰਦਾ। ਉੱਥੋਂ ਮੈਂ ਉਹਨੂੰ ਫਸਾਉਣਾ ਕਿ ਤੂੰ ਉੱਤੇ ਸਫਾਰਾਜ ਲਿਖਦਾ, ਆਧਾਰ ਕਾਰਡ ਤੂੰ ਸਰਫਰਾਜ ਦਾ ਲਾਉਣਾ, ਸਾਈਨ ਤੂੰ ਸਰਫਰਾਜ ਦੇ ਕਰਦਾ। ਵੇਅਰ ਐਜ਼ ਨੇਮ ਸਫਾਰਾਜ ਐਂਡ ਸਰਫਰਾਜ। ਭਾਜੀ ਮੇਰਾ ਨਾਂ SUNIL ਸੁਨੀਲ ਹੈ, ਤੁਸੀਂ SUNEEL ਲਿਖੋ, ਸਪੈਲਿੰਗ ਮਿਸਟੇਕ। ਬੈਂਕ ਸਪੈਲਿੰਗ ਮਿਸਟੇਕ ਦੀ ਐਰਰ ਲਾ ਕੇ ਦੇਗਾ। ਪੇਈਜ਼ ਨੇਮ ਮਿਸਮੈਚ ਸ਼ਬਦ ਜਿਹੜਾ ਐਕਚੁਅਲ ਹੈ, ਪੇਈਜ਼ ਨੇਮ ਮਿਸਮੈਚ। ਤੇ ਉੱਥੇ ਉਹ ਕੀ ਲਾਉਂਦਾ? ਇਨਸਫੀਸ਼ੀਐਂਟ ਬੈਲੈਂਸ। ਮੈਂ ਬੈਂਕ ਨੂੰ ਵੀ ਉਹਦੇ 'ਚ ਪਾਰਟੀ ਰੱਖਿਆ ਕਿ ਤੁਸੀਂ ਗਲਤ ਮੀਮੋ ਕਿਉਂ ਲਾ ਕੇ ਦਿੱਤਾ, ਕਿਉਂਕਿ ਤੁਸੀਂ ਸਰਫਰਾਜ਼ ਅਹਿਮਦ ਦੇ ਮਿੱਤਰ ਹੋ। ਹੁਣ ਸਰਫਰਾਜ਼ ਅਹਿਮਦ ਵੀ, ਉਹਦੇ ਨਾਲ ਮੈਂ ਇੱਕ ਹੋਰ ਸਟਰਿੰਗ ਆਪਰੇਸ਼ਨ ਕਰਦਾ ਸਰਫਰਾਜ਼ ਅਹਿਮਦ ਨਾਲ। ਬੜੀ ਦੇਰ ਪਹਿਲਾਂ ਜਦੋਂ ਮੈਨੂੰ ਪਤਾ ਲੱਗਦਾ ਕਿ ਸਰਫਰਾਜ਼ ਅਹਿਮਦ ਰਾਮ ਲੁਭਾਏ ਦਾ ਖਾਸ ਹੈ, ਮੈਂ ਉਹਨੂੰ ਫੋਨ ਕਰਦਾ ਆਪਣੇ ਨੰਬਰ ਤੋਂ। ਮੇਰੀ ਗਵਾਹੀ ਹੈ, ਇਸ ਬੀਇੰਗ ਐਡਵੋਕੇਟ ਮੇਰਾ ਫਰਜ਼ ਬਣਦਾ ਹੈ ਅਦਾਲਤ ਦੇ ਅੱਗੇ ਸੱਚਾਈ ਲੈ ਕੇ ਆਉਣਾ, ਉਸ ਪੱਖ ਨੂੰ ਲਿਆਉਣਾ, ਤੇ ਉਹਦੇ ਵਾਸਤੇ ਮੈਨੂੰ ਜੋ ਵੀ ਮਿਹਨਤ ਕਰਨੀ ਪਵੇ ਮੈਂ ਕਰਾਂ। ਮੈਂ ਆਪਣੇ ਨੰਬਰ ਤੋਂ ਕਾਲ ਕਰਦਾ, ਮੈਂ ਕਹਿੰਦਾ ਭਾਜੀ ਮੈਂ ਸਰਫਰਾਜ਼ ਭਾਜੀ ਨੂੰ ਮਿਲਣਾ। ਕਹਿੰਦਾ ਹਾਂਜੀ ਬੋਲ ਰਿਹਾ ਜੀ। ਮੈਂ ਕਿਹਾ ਜੀ ਮੈਂ ਚੰਡੀਗੜ੍ਹੋਂ ਬੋਲ ਰਿਹਾ ਤੇ ਮੈਂ ਇੱਥੇ ਦੁਕਾਨ ਖੋਲ੍ਹਣੀ ਹੈ ਕੱਪੜੇ ਦੀ, ਤੇ ਮੈਨੂੰ ਕਿਸੇ ਨੇ ਰੈਫਰੈਂਸ ਦਿੱਤਾ ਹੈ ਕਿ ਤੁਸੀਂ ਉਹਨਾਂ ਕੋਲ ਕੱਪੜਾ ਲੈ ਲਿਆ ਕਰੋ, ਤੇ ਪਰ ਮੈਂ ਭਾਜੀ ਬਿਲਕੁਲ ਨਵਾਂ, ਮੈਨੂੰ ਸਮਝ ਨਹੀਂ ਹੈਗੀ ਕੰਮ ਦੀ, ਤੇ ਤੁਹਾਡਾ ਰੈਫਰੈਂਸ ਮੈਨੂੰ ਕਿਸੇ ਤੀਸਰੇ ਬੰਦੇ ਨੇ ਉੱਥੇ ਕਿਹਾ ਵੀ ਸਰਫਰਾਜ਼ ਅਹਿਮਦ ਜੀ ਨੂੰ ਸਿਰਫ ਰਾਮ ਲੁਭਾਏ ਦਾ ਨਾਂ ਲੈ ਲੈਣਾ ਤੇ ਤੁਹਾਡੀ ਮਦਦ ਹੋ ਜਾਏਗੀ। ਕਹਿੰਦਾ ਜੀ ਤੁਸੀਂ ਰਾਮ ਲੁਭਾਇਆ, ਕਹਿੰਦਾ ਅੰਮ੍ਰਿਤਸਰ ਵਾਲੇ। ਮੈਂ ਕਿਹਾ ਹਾਂਜੀ। ਕਹਿੰਦਾ ਅੰਮ੍ਰਿਤਸਰ ਵਾਲਿਆਂ ਦਾ ਜੇ ਤੁਸੀਂ ਨਾਂ ਲੈ ਲਿਆ ਤੇ ਕਰੋੜ ਰੁਪਏ ਦਾ ਵੀ ਮਾਲ ਲੈ ਜਾਓ, ਤੁਹਾਨੂੰ ਪੈਸੇ ਨਹੀਂ ਚਾਹੀਦੇ ਤੁਹਾਡੇ ਕੋਲੋਂ। ਉਹ ਮੇਰੀ ਰਿਟਨ ਐਵੀਡੈਂਸ ਔਨ ਪੇਪਰ
ਅਸੀਂ ਲਾਈ ਆਪਣੀ ਫਾਈਲ 'ਚ। ਇੱਕ ਪਾਸੇ ਕਹਿੰਦਾ ਗੌਰਵ ਉਹਦਾ ਫਾਦਰ ਮੈਂ ਜਾਣਦਾ ਨਹੀਂ, ਇੱਕ ਪਾਸੇ ਟੈਲੀਫੋਨ ਤੇ ਉਹ ਬੰਦਾ ਮੈਨੂੰ ਨਹੀਂ ਜਾਣਦਾ। ਕਰੋੜ ਰੁਪਏ ਦਾ ਆਧਾਰ ਰਾਮ ਦਾ ਨਾਮ ਸੁਣ ਕੇ ਦੇਣਾ, ਇਹਦਾ ਮਤਲਬ ਇਸ ਬੰਦੇ ਦੀ ਗੁੱਡਵਿਲ ਕਿੰਨੀ ਕੁ ਹੈ ਉਹ ਵੀ ਮੰਨ ਲਈਏ, ਤੇ ਇਹਦਾ ਕਨੈਕਸ਼ਨ ਕਿੰਨਾ ਸਟਰੋਂਗ ਹੈ ਉਹ ਵੀ ਮੰਨ ਲਈਏ। ਭਾਜੀ ਤੁਸੀਂ ਮੈਨੂੰ 10,000 ਰੁਪਏ ਦਾ ਦੇ ਕੇ ਵਿਖਾਓ ਅੱਜ। ਤੁਸੀਂ ਮੇਰਾ ਚੰਡੀਗੜ੍ਹ ਵਾਲਾ ਘਰ ਵੀ ਵੇਖ ਲਿਆ, ਅੰਮ੍ਰਿਤਸਰ ਵਾਲਾ ਵੀ ਵੇਖ ਲਿਆ, ਹੈਗੀ ਹਿੰਮਤ? ਕੋਲ ਵੀ ਹੋਇਆ ਤਾਂ ਨਹੀਂ ਹੈਗੀ ਕਿ ਵਕੀਲ ਨੂੰ ਦੇ ਤੇ ਮਰ ਜਾਣੇ, ਮੁੜ ਕੇ ਵਾਪਸ ਨਹੀਂ ਮਿਲਣੇ, ਹੈ ਨਾ। ਤੇ ਇੱਕ ਪੂੜੀ ਵਾਲਾ ਬੰਦਾ, ਜਿਹੜਾ ਬੰਦਾ ਪੂੜੀਆਂ ਲੈਂਦਾ, ਉਹਨੂੰ 2.5 ਲੱਖ ਰੁਪਇਆ ਤੋਂ ਬਿਨਾਂ ਗਰੰਟੀ ਤੋਂ, ਬਿਨਾਂ ਸ਼ਹਾਦਤ ਤੋਂ, ਬਿਨਾਂ ਜਾਣੇ, ਉਹ ਵੀ ਲੁਧਿਆਣਿਓਂ ਆਇਆ, ਇੱਕ ਬੰਦਾ ਦਿੱਲੀੋਂ ਆਇਆ, ਪੂੜੀਆਂ ਇੱਕ ਵਾਰੀ ਖਾ ਕੇ ਤੇ ਪਿਆਰ ਹੀ ਬੜਾ ਪੈ ਗਿਆ। ਮੈਂ ਇਹਨਾਂ ਦਾ ਪੂਰਾ ਟੱਬਰ ਨੂੰ ਜਾਣਦਾ, ਮੈਂ ਨਹੀਂ 10,000 ਦੇਣ ਦੀ ਹਿੰਮਤ ਰੱਖਦਾ। ਸੱਚਾਈ ਹੈ, ਪ੍ਰੈਕਟੀਕਲ ਹੈ। ਠੀਕ ਹੈ, ਬੰਦਾ ਉਹਨਾਂ ਕੁ ਉਧਾਰ ਦਿੰਦਾ ਜਿੰਨਾ ਉਹਨੂੰ ਸਬਰ ਹੋ ਜੇ ਕਿ ਕੱਲ ਨੂੰ ਨਹੀਂ ਮਿਲਣਗੇ ਤੇ ਮਿੱਟੀ ਪਾਓ ਜੀ। ਚਲੋ ਗੱਲ ਮੁੱਕ ਗਈ, ਉੱਥੇ ਉਹ ਕੜਿੱਕੀ 'ਚ ਆ ਗਿਆ। ਦੂਜੇ ਪਾਸੇ ਉਹਦੇ ਤੇ ਅਸੀਂ 340 ਉੱਥੇ ਵੀ ਲਾ ਚੁੱਕੇ ਹਾਂ। ਉਹ ਹੁਣ ਇਹ ਵਾਲਾ ਬੰਦਾ ਗੁਰਚਰਨ ਇੱਥੇ ਨਹੀਂ ਆ ਰਿਹਾ ਤਰੀਕਾਂ ਦੇ, ਉਧਰੋਂ ਉਹ ਨਹੀਂ ਆਉਂਦਾ ਪਿਆ, ਰਾਈਟ। ਉਹਦੇ 'ਚ ਵੀ ਰਿੰਕੂ ਜੈਨ ਪਾਰਟੀ ਹੈ, ਉਹਦੇ 'ਚ ਵੀ ਬਾਕੀ ਬੰਦੇ ਪਾਰਟੀ ਹੈ। ਸੋ ਇਸ ਤਰ੍ਹਾਂ ਇੱਕ ਇੱਕ ਕਰਕੇ ਤੇ ਉਸ ਤੋਂ ਬਾਅਦ ਜਿਹੜੇ ਅੰਮ੍ਰਿਤਸਰ 'ਚ ਕੇਸ ਚੱਲਦੇ ਪਏ ਨੇ, ਉਹਦੇ 'ਚ ਵੀ ਅਸੀਂ ਕਿੰਨੇ ਗਵਾਹ ਰੱਖੇ ਜੀ? 13 ਗਵਾਹ ਕਿੰਨੇ ਹੋਏ? 13 ਕੇ 14 ਗਵਾਹ ਅਸੀਂ ਨਵੇਂ ਬਣਾਏ ਆ। ਤੇ ਕੋਰਟ ਕਹਿੰਦੀ ਸੀ ਐਕਸ਼ਨ ਪਲਾਨ ਦਾ ਕੇਸ ਹੈ, ਅਸੀਂ ਮੌਕੇ ਤੇ ਖਤਮ ਕਰਨਾ ਹੈ। ਜਦ ਕਿ ਉਹ ਪਨਿਸ਼ਮੈਂਟ ਤੇ ਕੇਸ ਪਹੁੰਚ ਚੁੱਕਾ ਸੀ ਔਰ ਉਹਦੇ ਵਿੱਚ ਤਰੁੱਟੀਆਂ ਸੀ। ਜਿਹੜੇ ਪੁਰਾਣੇ ਵਕੀਲ ਸਾਹਿਬ ਕੰਮ ਕਰ ਰਹੇ ਸੀ ਉਹਨਾਂ ਕੋਲੋਂ ਕੁਝ ਨਹੀਂ ਵਿੱਚ ਚੀਜ਼ਾਂ ਕਵਰ ਹੋ ਸਕੀਆਂ, ਉਹਨਾਂ ਨੇ ਇਸ ਤਰ੍ਹਾਂ ਦੀ ਪੇਨ ਨਹੀਂ ਲਈ। ਅਸੀਂ ਜਦੋਂ ਪੇਨ ਲੈ ਕੇ ਉਹ ਚੀਜ਼ਾਂ ਲੱਭੀਆਂ, ਮੇਰੇ ਨਾਲ ਸ਼੍ਰੀ ਸੰਜੇ ਕਪੂਰ ਜੀ ਨੇ, ਅੰਮ੍ਰਿਤਸਰ ਦੇ ਐਡਵੋਕੇਟ ਹੈ, ਉਹ ਤੇ ਮੈਂ ਮਿਲ ਕੇ ਹੁਣ ਭਾਜੀ ਦਾ ਕੇਸ ਕਰਦੇ ਪਏ, ਕਿਉਂਕਿ ਮੈਂ 24 ਘੰਟੇ ਅੰਮ੍ਰਿਤਸਰ ਨਹੀਂ ਹੁੰਦਾ ਤੇ ਭਾਜੀ ਅੰਮ੍ਰਿਤਸਰ ਹੁੰਦੇ ਨੇ। ਬੜੇ ਹੀ ਕਾਬਿਲ ਇਨਸਾਨ ਹੈ, ਬੜੇ ਹੀ ਸਿਆਣੇ ਹੈ ਭਾਜੀ। ਕਿਸੇ ਵੇਲੇ ਖਿੱਚ ਜਾਂਦੇ ਆ ਕਿ ਭਾਜੀ ਤੁਸੀਂ ਸੰਜੇ ਭਾਜੀ ਨੂੰ ਫੋਨ ਕਰੋ। ਉਹ ਚਿੱਠੀ ਲਿਖਦੇ ਨਾ ਰੁਕ ਗਏ ਆ। ਉਹ 3 ਮਹੀਨੇ ਹੋ ਗਏ ਸਾਡੀ ਇੱਕ ਚਿੱਠੀ ਲਿਖਦੇ ਪਏ, ਹਾਲੇ ਤੱਕ ਉਹਨਾਂ ਕੋਲ ਪੂਰੀ ਨਹੀਂ ਹੁੰਦੀ ਪਈ। ਮੈਂ ਕਿਹਾ ਮੈਂ ਉਹਨਾਂ ਨੂੰ ਫੋਨ ਨਹੀਂ ਕਰਨਾ, ਪਰ ਜਿੱਦਣ ਉਹਨਾਂ ਨੇ ਤੁਹਾਡੀ ਉਹ 3 ਮਹੀਨਿਆਂ ਬਾਅਦ ਵੀ ਚਿੱਠੀ ਲਿਖਤੀ ਨਾ, ਉਹ ਤੁਹਾਡੀ ਹਿਸਟਰੀ ਲਿਖ ਦੇਣੀ ਉਹਨਾਂ ਨੇ, ਤੇ ਦੁਨੀਆ ਦਾ ਕੋਈ ਬੰਦਾ ਉਹਨੂੰ ਮਿਟਾ ਨਹੀਂ ਪਾਏਗਾ। ਇਹ ਮੇਰੀ ਗਾਰੰਟੀ ਹੈ। ਇਸ ਕਰਕੇ ਜੋ ਕਹਿੰਦੇ ਉਹਨਾਂ ਦੀ ਗੱਲ ਮੰਨੋ, ਉਹਨਾਂ ਦਾ ਆਖਾ ਮੰਨੋ। ਸ਼ੁਰੂ 'ਚ ਇਹਨਾਂ ਨੂੰ ਬੁਰਾ ਜ਼ਰੂਰ ਲੱਗਾ ਸੀ ਭਾਜੀ ਨੂੰ ਕਿ ਸੁਨੀਲ ਭਾਜੀ ਵੀ ਸ਼ਾਇਦ ਉਹਦੇ ਨਾਲ ਰਲ ਗਏ ਆ, ਸਾਡੀ ਸੁਣਵਾਈ ਨਹੀਂ ਕਰ ਰਹੇ। ਪਰ ਜਦੋਂ 3 ਮਹੀਨਿਆਂ ਬਾਅਦ ਉਹਨੂੰ ਚਿੱਠੀ ਲਿਖੀ, ਦਿਖਾਈ ਯਾਰ, ਮੈਂ ਤੁਹਾਨੂੰ ਦਿਖਾਣਾ ਉਹ ਚਿੱਠੀ ਜਿਹੜੀ ਅਸੀਂ 3 ਤੋਂ 3.5 ਮਹੀਨੇ ਦੀ ਮਿਹਨਤ ਦੀ, ਮੇਰੀ ਸੰਜੇ ਭਾਜੀ ਦੀ 90% ਮਿਹਨਤ ਹੈ, ਮੇਰੀ 10 ਹੈ ਤੇ ਬਾਕੀ ਮਿਹਨਤ ਇਹਨਾਂ ਦੀ ਹੈ, ਇਹਨਾਂ ਦੀ ਹੱਡ ਬਿੱਥੀ ਹੈ। ਇਹ 28 ਪੇਜਾਂ ਦੀ ਚਿੱਠੀ ਲਿਖੀ ਹੈ ਜੀ ਆਪਾਂ। ਇਸੇ ਤਰ੍ਹਾਂ ਪੈਕ ਕਰਕੇ ਅਸੀਂ ਡੀਜੀਪੀ ਨੂੰ ਸਾਰਿਆਂ ਨੂੰ ਸਬੂਤ ਲਾ ਕੇ, ਪੱਖ ਲਾ ਕੇ, ਇਹਦੇ 'ਚ 90% ਮਿਹਨਤ ਸੰਜੇ ਭਾਜੀ ਦੀ ਹੈ ਜੀ। ਮੈਂ ਤਾਂ ਸਮਝੋ ਕਿ ਬੋਲਣ ਵਾਲਾ ਹੀਰੋ ਹੀ ਹਾਂ। ਸਕ੍ਰਿਪਟ ਸਾਰੀ ਉਹਨਾਂ ਨੇ ਲਿਖੀ ਹੈ, ਉਹਨਾਂ ਦੀ ਮਿਹਨਤ ਜੇ। ਕੱਲੀ ਗੱਲ ਲਿਖੀ ਹੈ। ਇਹਦੇ 'ਚ ਇਹ ਸਵਾਲ ਨੇ, ਜੇ ਪੰਜਾਬ ਪੁਲਿਸ ਸਿਰਫ ਇਸ ਚਿੱਠੀ ਦਾ ਜਵਾਬ ਦੇ ਦੇ, ਮੈਂ ਪੰਜਾਬ ਪੁਲਿਸ ਦੀ ਸ਼ਾਗਿਰਦੀ ਕਰਨ ਨੂੰ ਤਿਆਰ ਹਾਂ। ਔਰ ਇਹ ਚਿੱਠੀ ਦੇ ਬਦਲੇ ਕਈ IPS ਅਫਸਰ ਅੰਦਰ ਜਾਣਗੇ, ਇਹ ਮੇਰਾ ਵਾਅਦਾ ਹੈ। ਮੇਰੀ ਗੱਲ ਮਾਰਕ ਕਰ ਲੈਣਾ, ਕਈ IPS ਅਫਸਰ ਜੇਲ੍ਹ ਜਾਣਗੇ। ਜਿਵੇਂ ਸੁਮੇਧ ਸੈਣੀ ਚੱਲਿਆ, ਅੱਜ DGP ਤੋਂ ਬਾਅਦ ਵੀ ਹੋ ਸਕਦਾ ਹੈ ਇਹ ਲੋਕ ਵੀ ਕਿਸੇ ਵੱਡੇ ਅਹੁਦੇ ਤੋਂ ਬਾਅਦ ਮੁੜਨ, ਕਿਉਂਕਿ ਸਾਡਾ ਹੁਣ ਗਵਾਚਣ ਲਈ ਹੋਰ ਕੁਝ ਨਹੀਂ ਰਹਿ ਗਿਆ। ਘਰ ਲੁੱਟਿਆ ਗਿਆ, ਪੈਸਾ ਲੁੱਟਿਆ ਗਿਆ, ਮਨ ਦੀ ਸ਼ਾਂਤੀ ਲੁੱਟੀ ਗਈ। ਤੇ 23 ਪੇਜ ਇੱਥੇ ਆ ਜਾਓ ਜੀ, ਹੁਣ ਸਿੱਧਾ ਹੀ 28 ਪੇਜ ਤੱਕ ਆ ਗਏ ਜੀ। ਪ੍ਰੇਮਚੰਦ ਜੀ ਦੇ ਸਾਈਨ ਹੈ, ਥੱਲੇ ਵਕੀਲ ਸਾਹਿਬ ਸੰਜੇ ਜੀ ਦੇ ਸਾਈਨ ਹੈ, ਨਾਲ ਮੇਰਾ ਨਾਂ ਪਤਾ ਵੀ ਲਿਖਿਆ। ਸੋ ਰਲ ਮਿਲ ਕੇ ਅਸੀਂ ਇਸ ਕੇਸ ਨੂੰ ਕਰ ਰਹੇ ਹਾਂ, ਡਟ ਕੇ ਕਰ ਰਹੇ ਹਾਂ, ਔਰ ਇਹ ਸਾਰੀ ਐਵੀਡੈਂਸ ਅਸੀਂ ਲਾਈ ਹੈ। ਸੋ ਅਗਲੇ ਖੁਲਾਸੇ ਮੈਂ ਕਹਿੰਦਾ ਅਗਲੇ ਪ੍ਰੋਗਰਾਮ 'ਚ ਕਰ ਲਈਏ, ਥੱਕੇ ਹਾਂ ਬੋਲ ਕੇ। ਤੋ ਧਾਗੇ ਦੀਆਂ ਚਮਤਕਾਰੀ ਵਸ਼ੀਕਰਨ ਪੂੜੀਆਂ ਬਹੁਤ ਜਲਦੀ ਦਿੰਦੇ ਉਹਦਾ ਖੁਲਾਸਾ। ਸੋ ਦੋਸਤੋ ਤੁਸੀਂ ਦੇਖਿਆ ਕਾਫੀ ਜ਼ਿਆਦਾ ਖੁਲਾਸੇ, ਕਾਫੀ ਪੱਖ ਕਲੀਅਰ ਹੋਰ ਵੀ ਹੋਏ ਨੇ। ਤੇ ਹੁਣ ਜੋ ਧਾਗੇ ਦੀਆਂ ਚਮਤਕਾਰੀ ਪੂੜੀਆਂ ਦੀ ਐਡਵੋਕੇਟ ਸਾਹਿਬ ਨੇ ਵੀ ਗੱਲਬਾਤ ਕੀਤੀ ਹੈ। ਉਹ ਪੂੜੀਆਂ ਅੰਮ੍ਰਿਤਸਰ ਦੀਆਂ ਫੇਮਸ ਪੂੜੀਆਂ ਨੇ, ਕੀ ਉਹਨਾਂ ਦਾ ਕਨੈਕਟ ਹੈ IPS ਆਫਿਸਰ ਦੇ ਨਾਲ, ਅਤੇ ਕਿਸ ਤਰ੍ਹਾਂ ਉਹ ਪੂੜੀਆਂ ਖਾ ਕੇ ਤੁਹਾਡਾ 5 ਲੱਖ ਜਾਂ 7 ਲੱਖ ਦਾ ਫਾਇਦਾ ਹੋ ਸਕਦਾ ਹੈ, ਉਹ ਤੁਸੀਂ ਦੇਖੋਗੇ ਅਗਲੇ ਐਪੀਸੋਡ ਦੇ ਵਿੱਚ। ਸੋ ਲਗਾਤਾਰ ਵੀਡੀਓ ਦੇ ਨਾਲ ਬਣੇ ਰਹਿਣਾ। ਥੈਂਕ ਯੂ।